ਧੰਨ ਵਾਹਿਗੁਰੂ ਸਾਹਿਬ ਜੀ। ਖੰਭ ਬਿਕੰਦੜੇ ਜੇ ਲਹਾਂ, ਕਿ ਨਾ ਸਾਮੀ ਤੋਲ। ਤਨ ਜੜਾਈ ਆਪਣੇ ਲਹਾਂ, ਸੋ ਸੱਜਣ ਟੋਲ। ਤਨ ਜੜਾਈ ਆਪਣੇ ਲਹਾਂ, ਸੋ ਸੱਜਣ ਟੋਲ। ਆਓ ਗੁਰੂ ਕੇ ਪਿਆਰਿਓ, ਸਫਰੇ ਸ਼ਹਾਦਤ ਦੇ ਇਸ ਲੜੀਵਾਰ ਸਮਾਗਮ ਦੇ ਤੀਸਰੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਕੇ ਪਿਆਰ ਵਾਲਿਓ, ਅਦਬ ਸਹਿਤ ਜਿੱਥੇ ਸਤਿਗੁਰਾਂ ਦੀ ਬਾਣੀ ਗੁਰੂ ਕੇ ਪਾਠ ਰੂਪ ਵਿੱਚ ਉਪਰੰਤ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਅਦਬ ਸਹਿਤ ਸ਼ਰਵਣ ਕਰ ਰਹੇ ਸਾਂ, ਉੱਥੇ ਰਲ ਮਿਲ ਕੇ ਬਾਣੀ ਦੀ ਸਮਝ ਔਰ ਇਤਿਹਾਸ ਦੇ ਪਾਵਨ ਵਰਕੇ ਫਰੋਲਣ ਦਾ ਯਤਨ ਕਰੀਏ, ਜੋ ਕਿ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਇਤਿਹਾਸ ਨੂੰ ਭੁੱਲਣਾ ਕੌਮਾਂ ਦੀ ਮੌਤ ਹੁੰਦੀ ਹੈ, ਇਤਿਹਾਸ ਨੂੰ ਚੇਤੇ ਕਰਨਾ ਕੌਮ ਦੀ ਉਸਾਰੀ ਦਾ ਸੁੰਦਰ ਕਾਰਜ ਹੁੰਦਾ ਹੈ। ਤੁਸੀਂ ਸਾਰੇ ਵਡਭਾਗੇ ਹੋ, ਪ੍ਰਬੰਧਕ ਜਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪੋਹ ਮਹੀਨੇ ਦੇ ਉਸ ਇਤਿਹਾਸ ਨੂੰ ਕੋਸ਼ਿਸ਼ ਕਰੀਏ ਉੱਦਾਂ ਹੀ ਆਪਣੇ ਘਰਾਂ ਵਿੱਚ ਬੈਠ ਕੇ ਸਭਾਵਾਂ ਦੇ ਰੂਪ ਵਿੱਚ ਜਾਣਨ ਸਮਝਣ ਔਰ ਉਹਨੂੰ ਭੋਖਣ ਦਾ ਯਤਨ ਕਰੀਏ। ਇਤਿਹਾਸ ਕਿਤਾਬਾਂ ਵਿੱਚ ਵੀ ਮਿਲ ਜਾਂਦਾ ਹੈ ਔਰ ਅਸੀਂ ਸਾਰੇ ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ, ਪਰ ਜਦੋਂ ਅਸੀਂ ਏਦਾਂ ਸਾਂਝੇ ਰੂਪ ਵਿੱਚ ਬੈਠ ਕੇ ਆਪਣੇ ਪੁਰਖਿਆਂ ਦੀ ਬਾਤ ਪਾਉਂਦੇ ਹਾਂ ਤੇ ਉਹ ਇੱਕ ਆਪਣੇ ਆਪ ਵਿੱਚ ਉਹ ਘੜੀ, ਉਹ ਪਲ ਬੜੇ ਸੁਹਾਵਣੇ ਹੁੰਦੇ ਹਨ। ਆਓ ਕੋਸ਼ਿਸ਼ ਕਰੀਏ ਰਲ ਮਿਲ ਕੇ ਬਾਣੀ ਦੇ ਵਾਕ ਸੁਣੀਏ, ਬਾਣੀ ਨੂੰ ਸੁਣਨ ਦੀ ਪ੍ਰੈਕਟਿਸ ਕਰਿਆ ਕਰੀਏ। ਸਾਡੀ ਸੁਣਨ ਦੀ ਪ੍ਰੈਕਟਿਸ ਨਹੀਂ ਹੈ, ਅਭਿਆਸ ਨਹੀਂ ਹੈ, ਇਹਨੂੰ ਅਭਿਆਸ ਕਹਿੰਦੇ ਹਨ। ਜਿਹੜੀ ਚੀਜ਼ ਦਾ ਅਭਿਆਸ ਨਾ ਹੋਵੇ ਜਾਂ ਜਿਹੜੀ ਚੀਜ਼ ਦਾ ਸਹੀ ਅਰਥਾਂ 'ਚ ਪਤਾ ਨਾ ਹੋਵੇ ਤਾਂ ਉਹ ਕਈ ਵਾਰ ਅਸੀਂ ਕਾਰਜ ਕਰਦੇ ਹਾਂ ਪਰ ਉਹ ਮੀਨਿੰਗਲੈਸ ਹੁੰਦੇ ਨੇ। ਇਹ ਨਹੀਂ ਵੀ ਸਿੱਖ ਕੌਮ ਬਾਣੀ ਸੁਣ ਨਹੀਂ ਰਹੀ, ਬਹੁਤ ਸੁਣੀ ਜਾ ਰਹੀ ਹੈ, ਪਰ ਅਸੀਂ ਸੁਣ ਕੇ ਅਣਸੁਣੀ ਕਰ ਰਹੇ ਹਾਂ, ਜੋ ਕਿ ਖਤਰਨਾਕ ਹੈ। ਜੇ ਤੇ ਸੁਣੀ ਨਾ ਜਾਏ ਤੇ ਗੱਲ ਹੋਰ ਹੈ, ਜੇ ਸੁਣ ਕੇ ਕੋਈ ਅਣਸੁਣੀ ਕਰੇ ਤਾਂ ਉਹ ਬੜੀ ਖਤਰਨਾਕ ਗੱਲ ਹੁੰਦੀ ਹੈ। ਜਿਹੜਾ ਵਿਦਿਆਰਥੀ ਪੜ੍ਹਨ ਨਹੀਂ ਜਾਂਦਾ ਉਹ ਤਾਂ ਠੀਕ ਹੈ, ਉਹਦਾ ਤਾਂ ਪਤਾ ਇਹਨੇ ਨਹੀਂ ਪੜ੍ਹਨਾ, ਪਰ ਜਿਹੜਾ ਪੜ੍ਹਨ ਜਾ ਰਿਹਾ ਫਿਰ ਵੀ ਨਹੀਂ ਪੜ੍ਹ ਰਿਹਾ ਤਾਂ ਉਹਦੇ ਵਾਸਤੇ ਤਾਂ ਫਿਰ ਮੁਸ਼ਕਲ ਖੜੀ ਹੋ ਜਾਂਦੀ ਹੈ ਨਾ। ਕਰਾਂਗੇ ਕੀ ਫਿਰ? ਉਹ ਤਾਂ ਜਾ ਰਿਹਾ ਪਰ ਫਿਰ ਵੀ ਨਹੀਂ ਪੜ੍ਹ ਰਿਹਾ। ਇਸ ਕਰਕੇ ਧਿਆਨ ਨਾਲ ਸੁਣੀਏ, ਸਮਝੀਏ, ਆਪਣੇ ਘਰਾਂ ਦੇ ਮਾਹੌਲ ਬਦਲੀਏ। ਚੰਗਾ ਪੜ੍ਹਨਾ, ਚੰਗਾ ਲਿਖਣਾ, ਚੰਗਾ ਬੋਲਣਾ, ਚੰਗਾ ਸੁਣਨਾ, ਚੰਗਾ ਚੰਗਾ ਰਹਿਣਾ, ਚੰਗੇ ਚੰਗੇ ਜੇ ਖਿਆਲਾਤ ਜੀਵਨ ਅੰਦਰ ਪੈਦਾ ਕਰਨੇ, ਇਹ ਮਨੁੱਖ ਲਈ ਬਹੁਤ ਕੀਮਤੀ ਹੁੰਦਾ ਹੈ। ਬੰਦਾ ਹੀ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਸਕਦਾ ਹੈ, ਬਾਕੀ ਇਹ ਚੀਜ਼ਾਂ ਨੂੰ ਸਮਝ ਨਹੀਂ ਸਕਦੇ। ਉਹਨਾਂ ਦੀਆਂ ਏਦਾਂ ਕਲਾਸਿਸ ਨਹੀਂ ਲੱਗਦੀਆਂ, ਏਦਾਂ ਸਮਝਾਇਆ ਨਹੀਂ ਜਾਂਦਾ ਉਹਨਾਂ ਨੂੰ। ਪਰ ਤੁਸੀਂ ਵੇਖੋਗੇ ਵੀ ਬਾਕੀ ਸਾਰੀਆਂ ਚੀਜ਼ਾਂ ਵੈਸੇ ਆਪਣੇ ਆਪਣੇ ਥਾਂ ਤੇ ਠੀਕ ਨੇ। ਜੇ ਵਿਗਾੜ ਪੈਦਾ ਹੋਇਆ ਤੇ ਉਹ ਸਭ ਤੋਂ ਵੱਧ ਮਨੁੱਖ ਅੰਦਰ ਹੀ ਹੋਇਆ। ਕੋਈ ਚੀਜ਼ ਵਿਗੜੀ ਨਹੀਂ ਦਿਸੇਗੀ ਤੁਹਾਨੂੰ।
ਬਾਣੀ 'ਚ ਵੀ ਮਹਾਰਾਜ ਨੇ ਕਿਤੇ ਕਿਤੇ ਐਂ ਲਿਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਵੇਖੋ ਕਿੱਡੀ ਅਜਬ ਗੱਲ ਹੈ। ਮਹਾਰਾਜ ਕਹਿੰਦੇ ਜਿਵੇਂ ਕੁੱਤਾ ਸੁਆਮੀ ਦਾ ਘਰ ਨਹੀਂ ਛੱਡਦਾ ਨਾ, ਏਦਾਂ ਤੂੰ ਵੀ ਨਾ ਛੱਡਿਆ ਕਰ। ਹਾਲਾਂਕਿ ਹੋਣਾ ਇਹ ਚਾਹੀਦਾ ਵੀ ਬੰਦੇ ਦੀ ਐਗਜ਼ਾਮਪਲ ਦੇ ਕੇ ਕੁੱਤੇ ਨੂੰ ਸਮਝਾਇਆ ਜਾਏ, ਪਰ ਉਲਟ ਹੈ। ਤੁਸੀਂ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਾਹਦੇ ਤੋਂ ਕਾਲੀ ਹੈ? ਤੇ ਫਿਰ ਮਹਾਰਾਜ ਆਪੇ ਹੀ ਜਵਾਬ ਦਿੰਦੇ, ਕਹਿੰਦੇ ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ। ਪ੍ਰੀਤਮ ਤੋਂ ਵਿਛੜ ਗਈ, ਇਸ ਕਰਕੇ ਕਾਲੀ ਹੋ ਗਈ। ਅੱਛਾ, ਜੇ ਕੋਇਲ ਪ੍ਰੀਤਮ ਨੂੰ ਮਿਲ ਜਾਏ ਫਿਰ ਚਿੱਟੀ ਹੋ ਜਾਂਦੀ ਹੈ? ਨਹੀਂ, ਉਹ ਤਾਂ ਕਾਲੀ ਰਹਿੰਦੀ ਹੈ। ਕੋਇਲ ਦਾ ਚਿੱਟੀ ਹੋ ਜਾਣਾ ਤੇ ਔਗਣ ਹੈ। ਕੋਇਲ ਜੇ ਚਿੱਟੀ ਹੋ ਜਾਏ, ਕੋਇਲ ਕਿਸੇ ਕਾਰਨ ਕਰਕੇ ਉਹਦਾ ਕਲਰ ਬਦਲ ਜਾਏ, ਉਹ ਤਾਂ ਬਿਮਾਰੀ ਹੈ। ਹੁਣ ਇਹ ਗੱਲਾਂ ਸਮਝਣੀਆਂ ਪੈਣਗੀਆਂ ਵੀ ਕੀ ਕਹਿ ਰਹੇ। ਕੋਇਲ ਨੂੰ ਥੋੜੀ ਸਮਝਾ ਰਹੇ ਨੇ, ਕੋਇਲ ਨੂੰ ਤੇ ਪਤਾ ਵੀ ਨਹੀਂ ਵੀ ਮੇਰਾ ਨਾਮ ਬਾਣੀ ਚ ਆਉਂਦਾ, ਨਾ ਕੋਇਲ ਦੀ ਕੋਈ ਗੱਲ ਚੱਲਦੀ ਹੈ। ਮਹਾਰਾਜ ਸਮਝਾਉਣ ਦਾ ਤਰੀਕਾ ਵੇਖੋ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਤੂੰ ਕਾਲੀ ਕਿਉਂ ਹੋ ਗਈ ਹੈ? ਤੇ ਫਿਰ ਕੋਇਲ ਕਹਿੰਦੀ ਹੈ ਆਪਣੇ ਪ੍ਰੀਤਮ ਕਹਿ ਹਉ। ਹੁਣ ਇਹ ਹੈ ਇੱਕ ਸਟਾਈਲ, ਇੱਕ ਤਰੀਕਾ ਗੁਰੂ ਸਾਹਿਬ ਜੀ ਦਾ ਗੱਲ ਸਮਝਾਉਣ ਦਾ। ਕੋਇਲ ਵਾਲੀ ਗੱਲ ਵੀ ਗੁਰੂ ਸਾਹਿਬ ਜੀ ਨੇ ਆਪ ਹੀ ਕੀਤੀ ਤੇ ਕੋਇਲ ਦਾ ਜਵਾਬ ਵੀ ਗੁਰੂ ਸਾਹਿਬ ਜੀ ਨੇ ਆਪ ਹੀ ਦਿੱਤਾ। ਇਹਦਾ ਮਤਲਬ ਗੱਲ ਕੋਇਲ ਦੀ ਚੱਲ ਹੀ ਨਹੀਂ ਰਹੀ, ਗੱਲ ਚੱਲ ਰਹੀ ਹੈ ਆਪਾਂ ਜਿਹੜੇ ਸਾਰੇ ਕੋਇਲਾਂ ਬੈਠੀਆਂ ਹੋਈਆਂ ਨਾ, ਜਿਹੜੀਆਂ ਕਾਲੀਆਂ ਹੋ ਗਈਆਂ ਕਿਸੇ ਕਿਸੇ ਕਾਰਨਾਂ ਕਰਕੇ। ਤੇ ਮਹਾਰਾਜ ਕਹਿੰਦੇ ਕਿਉਂ ਕਾਲੀਆਂ ਹੋਈਆਂ? ਕਿਉਂਕਿ ਆਪਣੇ ਪ੍ਰੀਤਮ ਕੈ ਬਿਰਹਿ, ਪ੍ਰੀਤਮ ਨਾਲੋਂ ਵਿਛੋੜਾ ਪੈ ਗਿਆ। ਅੱਛਾ, ਹੋਰ ਵੇਖੋ, ਇਹ ਸਾਰੀਆਂ ਚੀਜ਼ਾਂ ਅਸੀਂ ਧਿਆਨ ਨਾਲ ਜਦੋਂ ਸਮਝਾਂਗੇ ਨਾ, ਫਿਰ ਇਹ ਗੱਲ ਸਾਡੇ ਜ਼ਿਹਨ ਵਿੱਚ ਬਹੁਤ ਛੇਤੀ ਆਏਗੀ। ਸਾਡੇ ਬੱਚੇ ਵੀ ਸਮਝ ਸਕਦੇ ਨੇ। ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ, ਇਹ ਗੱਲ ਨਾ ਕਿਆ ਕਰੋ, ਬਾਣੀ ਬਹੁਤ ਔਖੀ ਹੈ। ਪਹਿਲੀ ਰਾਜ ਦਰਬਾਰ ਵਿੱਚ ਜਿਹੜੀ ਸੰਵਾਦ, ਜਿਹੜੀ ਚਰਚਾ ਹੋਈ ਨਾ ਰਾਜ ਦਰਬਾਰ ਵਿੱਚ, ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਚਰਚਾ ਹੋਈ ਪਹਿਲੀ। ਆਪਾਂ ਅੱਗੇ ਜਾ ਕੇ ਇਹਦਾ ਜ਼ਿਕਰ ਕਰਾਂਗੇ। ਕੋਸ਼ਿਸ਼ ਕਰਿਆ ਕਰੋ, ਰਲ ਮਿਲ ਕੇ ਸਮਝੀਏ, ਧਿਆਨ ਨਾਲ ਕੇਂਦਰਿਤ ਹੋਈਏ। ਪ੍ਰਬੰਧਕ ਵੀਰਾਂ ਦਾ ਕੀਤਾ ਹੋਇਆ ਉਦਮ, ਇਲਾਕਾ ਨਿਵਾਸੀਆਂ ਦੇ ਕੀਤੇ ਹੋਏ ਉਦਮ ਸਫਲੇ ਹੋ ਸਕਣ, ਉਹਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਸੁਰਤ ਤੇ ਬਿਰਤ ਕਰਕੇ ਪਾਉਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬੋਲ ਆਪਾਂ ਪੜ੍ਹਦੇ ਸਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਖੰਭ ਵਿਕੰਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੁ ਸੱਜਣ। ਸਾਰੇ ਕਰੋ ਕਿਰਪਾ, ਲਹਾਂ ਸੁ ਸੱਜਣ। ਕਿਹੜਾ ਸੱਜਣ? ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ। ਇਹ ਸੱਜਣ, ਕੋਈ ਗਲਤ ਸੱਜਣ ਨਾ ਚੁਣ ਲਿਓ ਕਿਤੇ। ਸੱਜਣ ਵਿੱਚ ਜਦੋਂ ਦੋਸਤ ਗਲਤ ਚੁਣਿਆ ਜਾਏ ਤੇ ਸਾਰੀ ਡਾਇਰੈਕਸ਼ਨ ਹੀ ਜ਼ਿੰਦਗੀ ਦੀ ਬਦਲ ਜਾਂਦੀ ਹੈ। ਔਰ ਮਹਾਰਾਜ ਨੇ ਤਾਂ ਹੋਰ ਸਵਾਦਲੀ ਗੱਲ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਸੱਜਣ ਹੀ ਚੁਣਨਾ ਹੈ ਨਾ ਤੇ ਗੁਰੂ ਨੂੰ ਹੀ ਸੱਜਣ ਬਣਾਈ, ਕਿਸੇ ਸੱਜਣ ਤੇ ਭਰੋਸਾ ਨਾ ਕਰੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ। ਤੁਹਾਡੇ ਕਈ ਵੀਰਾਂ ਭੈਣਾਂ ਦੇ ਮਨਾਂ ਵਿੱਚ ਖਿਆਲ ਆ ਰਿਹਾ ਹੋਣਾ ਵੀ ਸੱਜਣ ਸੱਚਾ ਪਾਤਸ਼ਾਹੋ ਕਿਉਂ ਨਹੀਂ ਬੋਲਿਆ? ਕਿਉਂਕਿ ਅਸੀਂ ਸੁਣਦੇ ਸਾਰੇ ਏਦਾਂ ਹੀ ਆ, ਸੱਜਣ ਸੱਚਾ ਪਾਤਸ਼ਾਹੋ। ਹਾਹੇ ਨੂੰ ਔਂਕੜ ਲੱਗਾ। ਬਹੁਤ ਸਾਰੇ ਤੁਹਾਡੇ 'ਚ ਬਾਣੀ ਪੜ੍ਹਨ ਵਾਲੇ ਸੂਝਵਾਨ ਵੀਰ ਭੈਣਾਂ ਬੈਠੇ ਹੋ। ਬਾਣੀ 'ਚ ਬਹੁਤ ਥਾਵਾਂ ਤੇ ਵਿਆਕਰਣ ਦੇ ਢੰਗ ਨਾਲ ਔਂਕੜ ਤੇ ਸਿਹਾਰੀ ਦਿੱਤੀ ਹੁੰਦੀ ਹੈ, ਪਰ ਉਹਦਾ ਉਚਾਰਨ ਨਹੀਂ ਹੁੰਦਾ। ਜੇ ਹਰ ਥਾਂ ਤੇ ਸਿਹਾਰੀ ਅਤੇ ਔਂਕੜ ਦਾ ਉਚਾਰਨ ਕਰਾਂਗੇ ਤੇ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਹੋ ਸਕਦਾ। ਧਿਆਨ ਨਾਲ ਵੇਖੋ, ਆਦ ਸੱਚ, ਚੱਚੇ ਨੂੰ ਔਂਕੜ ਹੈ ਤੇ ਆਦ ਦੇ ਦੱਦੇ ਨੂੰ ਸਿਹਾਰੀ ਹੈ।
ਹੁਣ ਇਹਨੂੰ ਅਸੀਂ ਸਿਹਾਰੀ ਨੂੰ ਜੇ ਪਾਠ ਵਿੱਚ ਲਿਆਵਾਂਗੇ ਆਦੇ ਹੋ ਜਾਏਗਾ, ਕਦੀ ਵੀ ਨਹੀਂ ਹੋ ਸਕਦਾ। ਫਿਰ ਕਿਵੇਂ ਸ਼ੁੱਧ ਉਚਾਰਨ ਹੋਏਗਾ ਇਹਦਾ? ਅਸਾਂ ਸੱਚ ਦੇ ਚੱਚੇ ਦਾ ਔਂਕੜ ਜੇ ਆਪਾਂ ਬੋਲਣ ਲੱਗ ਜਾਈਏ ਤੇ ਫਿਰ ਤੇ ਪਾਠ ਹੀ ਠੀਕ ਸੱਚੋ ਹੋ ਗਿਆ। ਇਹਦਾ ਮਤਲਬ ਅੱਛਾ, ਬਾਣੀ 'ਚ ਲੱਗੀ ਮਾਤਰਾ ਐਵੇਂ ਨਹੀਂ ਹੈ, ਇਹ ਵੀ ਧਿਆਨ ਨਾਲ ਸਮਝ ਲਈਏ। ਬਾਣੀ 'ਚ ਦਿੱਤੀ ਹੋਈ ਮਾਤਰਾ ਦੀ ਬਹੁਤ ਵੱਡੀ ਇੱਕ ਕੀਮਤ ਹੈ, ਮੀਨਿੰਗ ਹੈ ਉਹਦਾ। ਜੇ ਔਂਕੜ ਲੱਗਾ ਹੈ ਤੇ ਉਹਦਾ ਮਤਲਬ ਹੈ ਵੀ ਇਹਦਾ ਕੋਈ ਅਰਥ ਬਣਦਾ ਹੈ। ਐਵੇਂ ਨਹੀਂ ਮਹਾਰਾਜ ਨੇ ਕਿਤੇ ਔਂਕੜ ਲਾ ਦਿੱਤਾ ਤੇ ਕਿਤੇ ਔਂਕੜ ਨਹੀਂ ਲਾਇਆ, ਏਦਾਂ ਨਹੀਂ ਹੋਇਆ। ਇਸੇ ਕਰਕੇ ਜਿਹੜਾ ਸੰਪਰਦਾਇਕ ਢਾਂਚਾ ਹੈ ਨਾ ਸਾਡਾ, ਸੰਪਰਦਾਇਕ ਖਿਆਲਾਤ ਜਿਹੜੇ ਨੇ ਪੁਰਾਣੇ ਸਮੇਂ ਦੇ, ਉਹ ਜਦੋਂ ਕਹਿੰਦੇ ਨੇ ਬਾਣੀ ਜਿਵੇਂ ਲਿਖੀ ਹੈ ਉਦਾਂ ਹੀ ਪੜ੍ਹਨੀ ਹੈ, ਤੇ ਉਹ ਹੋ ਹੀ ਨਹੀਂ ਸਕਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਕ ਊੜਾ ਖੁੱਲਾ, ਊੜਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜਿੱਥੋਂ ਸ਼ੁਰੂ ਹੁੰਦੇ ਨੇ, ਇੱਕ ਗਿਣਤੀ ਦਾ ਦਿੱਤਾ ਹੋਇਆ ਹੈ, ਇੱਕ 1 ਜਿਹਨੂੰ ਕਹਿੰਦੇ ਹਾਂ ਅਸੀਂ, ਤੇ ਨਾਲ ਊੜਾ ਦਿੱਤਾ ਹੋਇਆ ਹੈ। ਪਰ ਅਸੀਂ ਪਾਠ ਕੀ ਕਰ ਰਹੇ ਹਾਂ? ਇੱਕ ਓਂਕਾਰ। ਹੁਣ ਸਾਨੂੰ ਕੋਈ ਪੁੱਛੇ ਓਂਕਾਰ ਕਿਉਂ ਕੀਤਾ ਤੁਸੀਂ? ਉੱਥੇ ਤੇ ਇੱਕ ਹੈ ਤੇ ਊੜਾ ਆ। ਹੁਣ ਇਹ ਸਮਝਣੀਆਂ ਪੈਣਗੀਆਂ ਨਾ ਗੱਲਾਂ। ਖੈਰ, ਹੁਣ ਸੱਜਣ ਸੱਚਾ ਪਾਤਸ਼ਾਹੋ ਨਹੀਂ ਪਾਠ ਕਰਨਾ ਇਹਦਾ ਪਾਠ ਹੈ ਸੱਜਣ ਸੱਚਾ ਪਾਤਸ਼ਾਹ। ਔਂਕੜ ਹੈ ਇੱਕ ਵਚਨ ਦਾ ਲਖਾਇਕ। ਸੱਜਣ ਸੱਚਾ ਪਾਤਸ਼ਾਹ ਇੱਕੋ ਹੀ ਹੈ, ਬਾਕੀ ਇੱਥੇ ਕੋਈ ਨਾ ਤੇ ਸੱਜਣ ਹੈ ਤੇ ਨਾ ਕੋਈ ਸੱਚਾ ਹੈ। ਬਾਕੀਆਂ ਬਾਰੇ ਤੇ ਬਾਣੀ ਨੇ ਲਿਖਿਆ ਬਹੁਤ ਨੇ ਇੱਥੇ, ਪਰ ਸੱਚੇ ਤੇ ਸੱਜਣ ਨਹੀਂ ਹਨ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਨਾਨਕ ਕਚੜਿਆਂ ਸਿਓ ਤੋੜ ਢੂੰਡ। ਉੱਥੇ ਵੀ ਸੱਜਣ ਦੇ ਨਾਣੇ ਨੂੰ ਔਂਕੜ ਹੈ। ਹੁਣ ਤੁਸੀਂ ਵੇਖੋ ਕਿੰਨੀਆਂ ਪਿਆਰੀਆਂ ਬਾਤਾਂ ਨੇ। ਸੱਜਣ ਦੇ ਡਾਣੇ ਨੂੰ ਔਂਕੜ ਹੈ ਵੀ ਕੱਚੇ ਛੱਡ ਦੇ, ਇੱਕੋ ਹੀ ਪੱਕਾ ਲੱਭ। ਢੂੰਡ ਸੱਜਣ ਸੰਤ ਪੱਕਿਆ। ਮਹਾਰਾਜ ਕਿਉਂ ਕਹਿੰਦੇ ਓਏ ਜਿਉਂਦੇ ਵਿਛੜੈ? ਜਿਹੜੇ ਕੱਚੇ ਨੇ ਉਹ ਜਿਉਂਦਿਆਂ ਹੀ ਵਿਛੜ ਜਾਣੇ ਨੇ ਤੇਰੇ ਕੋਲ, ਤੇ ਜਿਹੜੇ ਪੱਕੇ ਨੇ ਓਏ ਮੋਇਆ ਨਾ ਜਾਹੀ ਛੋੜ। ਉਹ ਤੂੰ ਨਾ ਵੀ ਰਿਹਾ ਤਾਂ ਵੀ ਤੈਨੂੰ ਛੱਡ ਕੇ ਨਹੀਂ ਜਾਣਾ ਉਹਨਾਂ ਨੇ। ਸਾਹਿਬਜ਼ਾਦਿਆਂ ਨੇ ਸੱਚੇ ਸੱਜਣ ਦਾ ਸਾਥ ਕਰ ਲਿਆ, ਇਸ ਕਰਕੇ ਸਾਹਿਬਜ਼ਾਦੇ ਸਰੀਰ ਕਰਕੇ ਭਾਵੇਂ ਅੱਜ ਸਾਡੇ ਵਿੱਚ ਨਹੀਂ, ਪਰ ਆਪਣੇ ਚ ਕੋਈ ਨਹੀਂ ਕਹਿ ਸਕਦਾ ਵੀ ਸਾਹਿਬਜ਼ਾਦੇ ਅੱਜ ਨਹੀਂ ਹਨ, ਕਿਉਂਕਿ ਸਾਥ ਪੱਕਿਆਂ ਨਾਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ। ਹਾਂ, ਇੱਥੇ ਵੀ ਸ਼ਾਹ ਹੀ ਪੜ੍ਹਨਾ ਇਹਦਾ। ਔਂਕੜ ਇੱਥੇ ਵੀ ਹੈ, ਪਰ ਸ਼ਾਹ ਮਤਲਬ ਇੱਕੋ ਹੀ ਸ਼ਾਹ ਹੈ ਉਹ, ਬਾਕੀ ਸ਼ਾਹ ਤੇ ਆਉਣ ਜਾਣ ਵਾਲੇ ਨੇ ਸਾਰੇ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ। ਗੱਜ ਕੇ ਜਿਸ ਪਾਸ ਬੈਠਿਆ ਸਭਨਾ ਦਾ। ਦੀਨ ਦੁਨੀ ਦੇ ਮਾਲਕ, ਹਲਤ ਪਲਤ ਸਵਾਰ ਦੇਣਹਾਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਅੰਦਰ ਹਾਜ਼ਰ ਹੋ ਬੈਠੇ ਗੁਰੂ ਪਿਆਰ ਵਾਲਿਓ, ਆਓ ਇਤਿਹਾਸ ਨੂੰ, ਚੱਲ ਰਹੀ ਲੜੀ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੇ ਅੰਦਰ ਜਦੋਂ ਵੀ ਸੱਜਣ ਬਣਾਉਣਾ ਹੈ ਉਦੋਂ ਬੜੀ ਦੂਰ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਕੁਝ ਰਿਸ਼ਤੇ ਸਾਨੂੰ ਬਣੇ ਬਣਾਏ ਮਿਲਦੇ ਨੇ। ਮਾਂ ਅਸੀਂ ਚੋਣ ਨਹੀਂ ਨਾ ਕਰ ਸਕਦੇ ਵੀ ਕਿਹੜੀ ਸਾਡੀ ਮਾਂ ਹੋਵੇ, ਭੈਣ ਸਾਡੀ ਕਿਹੜੀ ਹੋਵੇ ਚੋਣ ਨਹੀਂ ਕਰ ਸਕਦੇ ਅਸੀਂ। ਪਿਤਾ ਜੀ ਸਾਡੇ ਕੌਣ ਹੋਣ ਇਹ ਚੋਣ ਨਹੀਂ ਹੋ ਸਕਦੀ। ਇਹ ਤਾਂ ਆਲਰੇਡੀ ਬਣੇ ਬਣਾਏ ਰਿਸ਼ਤੇ ਆਉਂਦੇ ਨੇ। ਪਰ ਜਿਹੜਾ ਸੱਜਣ ਹੈ ਨਾ, ਇਸ ਤੇ ਚੋਣ ਹੁੰਦੀ ਹੈ ਸਾਡੀ। ਦੋਸਤ ਫਰੈਂਡ ਸਰਕਲ ਅਸੀਂ ਚੁਣਦੇ ਆ, ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜਦੋਂ ਤੂੰ ਫਰੈਂਡ ਸਰਕਲ ਚੁਣਨਾ ਨਾ, ਜਦੋਂ ਤੂੰ ਦੋਸਤ ਚੁਣਨੇ ਨੇ, ਉਦੋਂ ਗਲਤੀ ਨਾ ਕਰ ਲਈ ਕਿਤੇ, ਨਹੀਂ ਤੇ ਚੁਣੇ ਹੋਏ ਦੋਸਤਾਂ ਨੇ ਤੇਰੀ ਜ਼ਿੰਦਗੀ ਸੌਖਾ ਸਮਝਦੇ ਆ ਇਹਨੂੰ। ਸਾਡਾ ਬੱਚਾ ਸਕੂਲ ਪੜ੍ਹਨ ਜਾਂਦਾ, ਹੁਣ ਸਕੂਲ 'ਚ ਦੋ ਤਰ੍ਹਾਂ ਦੇ ਵਿਦਿਆਰਥੀ ਨੇ। ਇੱਕ ਨੇ ਜਿਹੜੇ ਸਕੂਲ ਪੜ੍ਹਨ ਆਉਂਦੇ ਨੇ, ਇੱਕ ਨੇ ਜਿਹੜੇ ਮਾਂ-ਬਾਪ ਦੀ ਕੈਸ਼ ਤੇ ਐਸ਼ ਕਰਨ ਆਉਂਦੇ ਨੇ। ਹੁੰਦੇ ਨੇ ਨਾ ਦੋਵਾਂ ਤਰ੍ਹਾਂ ਦੇ ਵਿਦਿਆਰਥੀ ਸਕੂਲ ਵਿੱਚ ਹੁੰਦੇ ਨੇ। ਜਿਹੜਾ ਵਿਦਿਆਰਥੀ ਸਕੂਲ ਵਿੱਚ ਜਾਏਗਾ, ਹੁਣ ਉਹਨੇ ਚੋਣ ਕਰਨੀ ਹੈ ਵੀ ਪੜ੍ਹਨ ਵਾਲਿਆਂ ਦੀ ਸੰਗਤ ਚੁਣਨੀ ਹੈ ਕਿ ਐਸ਼ ਕਰਨ ਵਾਲਿਆਂ ਦੀ ਸੰਗਤ ਚੁਣਨੀ ਹੈ। ਚੁਣਨੇ ਪੈਣੇ ਦੋਵਾਂ ਚੋਂ ਇੱਕ ਉਹਨੂੰ।
ਤੇ ਜਦੋਂ ਚੋਣ ਕਰੇਗਾ ਨਾ, ਜਿਹੜੀ ਚੋਣ ਉਹਨੇ ਕਰ ਲਈ ਉਹਦੇ ਰਿਜ਼ਲਟ ਉਸੇ ਹਿਸਾਬ ਨਾਲ ਹੀ ਆਉਣਗੇ। ਸੰਸਾਰਿਕ ਤੌਰ ਤੇ ਐਂ ਹੀ ਵਾਪਰਦਾ। ਇੱਕ ਬੇਨਤੀ ਹੋਰ ਕਰ ਦਿਆ, ਡੈਮੋਕ੍ਰੇਸੀ ਵਿੱਚ ਜਿੱਥੇ ਸੱਜਣ ਚੁਣਨਾ ਹੁੰਦਾ ਹੈ ਨਾ, ਉੱਥੇ ਆਗੂ ਵੀ ਅਸੀਂ, ਬੋਲੋ ਗੱਜ ਕੇ, ਉੱਥੇ ਆਗੂ ਵੀ ਅਸੀਂ ਸਾਰਿਆਂ ਨੇ ਆਪ ਹੀ ਚੁਣਨਾ ਹੁੰਦਾ। ਇਹ ਕਹਿਣਾ ਬਹੁਤ ਸੌਖਾ ਹੁੰਦਾ ਵੀ ਆਗੂਆਂ ਦਾ ਤਾਂ ਬੇੜਾ ਹੀ ਗਰਕਿਆ ਪਿਆ, ਬਹੁਤ ਸੌਖਾ ਕੰਮ ਹੈ, ਪਰ ਇਹੋ ਜਿਹੇ ਆਗੂ ਚੁਣਦੇ ਵੀ ਤੇ ਅਸੀਂ ਆਪ ਹੀ ਆ ਨਾ। ਫਿਰ ਕਿਸੇ ਦਾ ਕਸੂਰ ਥੋੜੀ, ਦੱਦੇ ਦੋਸ਼ ਨਾ ਦਿਉ ਕਿਸੇ ਦੋਸ਼, ਤਾਂ ਸਾਡਾ ਆਪਣਾ ਹੈ। ਜਦੋਂ ਅਸੀਂ ਸੈਲਫਿਸ਼ ਹੋ ਕੇ, ਜਿਵੇਂ ਮੈਂ ਰਾਤੀ ਵੀ ਕਿਹਾ ਸੀ, ਸਵਾਰਥੀ ਹੋ ਕੇ ਜਦੋਂ ਅਸੀਂ ਕੋਈ ਵੀ ਕਾਰਜ ਕਰਾਂਗੇ ਨਾ, ਉਹਦੇ 'ਚ ਫਿਰ ਬਹੁਤ ਲੰਬਾ ਨਹੀਂ ਸੋਚ ਸਕਾਂਗੇ। ਅਸੀਂ ਆਗੂ ਚੁਣਨ ਲੱਗੇ ਹਾਂ, ਕਈ ਵਾਰ ਇੰਨਾ ਕੀ ਸੋਚਦੇ ਹਾਂ ਵੀ ਸਾਡੇ ਘਰ ਆਉਣ ਜਾਣ, ਫੋਟੋ ਫਾਟੋ ਖਿਚਾ ਲਈਦੀ ਹੈ, ਕਿਤੇ ਸਾਡੇ ਡਰਾਇੰਗ ਰੂਮ 'ਚ ਇੱਕ ਤਸਵੀਰ ਲੱਗੀ ਹੋਵੇ ਲੀਡਰ ਨਾਲ, ਬੱਲੇ ਬੱਲੇ ਜੀ ਹੋਵੇ, ਬਸ ਇੰਨਾ ਹੀ ਬਹੁਤ ਹੈ। ਸਾਡੇ ਬੱਚੇ ਕੁਰਾਏ ਬਹਿ ਜਾਣ, ਸਾਡੀ ਐਜੂਕੇਸ਼ਨ ਖਤਮ ਹੋ ਜਾਏ, ਸਾਡਾ ਕਿਰਦਾਰ ਮੁੱਕ ਜਾਏ, ਜੋ ਮਰਜ਼ੀ ਹੁੰਦਾ ਹੈ ਹੋਈ ਜਾਏ, ਸਾਡਾ ਟੌਰ ਬਣਿਆ ਰਹਿਣਾ ਚਾਹੀਦਾ। ਤੇ ਜਿਹੜੇ ਤੁਹਾਡੇ ਟੌਰ ਨੇ ਤੁਹਾਡੀਆਂ ਪੀੜ੍ਹੀਆਂ ਸੱਚੀ ਮੁੱਚੀ ਕੁਰਾਏ ਪਾਤੀਆਂ, ਫਿਰ ਉਹ ਟੌਰ ਕਿਸ ਕੰਮ ਦਾ ਰਹਿ ਜਾਏਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਘਾੜਤ ਘੜੀ ਹੈ ਨਾ ਸਾਡੀ, ਉਹਨੂੰ ਬੜੇ ਧਿਆਨ ਨਾਲ, ਜਦੋਂ ਵੀ ਸੱਜਣ ਚੁਣਨਾ ਹੈ ਨਾ, ਉੱਥੇ ਪੂਰੀ ਦੂਰ ਅੰਦੇਸ਼ੀ ਵਰਤਣੀ ਹੈ। ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਪੜ੍ਹਿਓ, ਕਰੋ ਬੇਨਤੀ, ਹਾਂ ਇੱਕ ਇਹ ਵੀ ਮੀਤ ਹੈ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਮੇਰੇ ਮਿੱਤਰ ਜੀ, ਮੈਂ ਇੱਕ ਬੇਨਤੀ ਕਰਦਾ, ਸੁਣੋ ਧਿਆਨ ਨਾਲ। ਕੀ ਬੇਨਤੀ ਹੈ? ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ। ਸੰਤ ਤੇ ਸੱਜਣ, ਸੰਤ ਦੇ ਵੀ ਤੱਤੇ ਨੂੰ ਔਂਕੜ ਹੈ ਤੇ ਸੱਜਣ ਆਉਂਦਾ ਉਹਦੇ ਵੀ ਔਂਕੜ ਹੈ। ਇਹਦਾ ਮਤਲਬ ਸੰਤ ਤੇ ਸੱਜਣ ਦੋਵੇਂ ਏਕ ਅਕਾਲ ਪੁਰਖ ਲਈ ਆ ਰਿਹਾ। ਸੰਤ ਟਹਿਲ ਕੀ ਬੇਲਾ, ਅੱਗੇ ਸ਼ਬਦ ਵਰਤਿਆ ਈਹਾਂ ਖਾਟ, ਚਲੋ ਹਰ ਲਾਹਾ ਅੱਗੇ ਬਸਨ। ਜੇ ਅਗਲਾ ਸਮਾਂ ਸੁਹੇਲਾ ਬਣਾਉਣਾ ਹੈ ਤੇ ਇੱਥੇ ਖੱਟੀ, ਧਿਆਨ ਨਾਲ ਖੱਟੀ, ਫਿਰ ਇੱਕ ਇੱਕ ਕਦਮ ਧਿਆਨ ਨਾਲ ਫੂਕ ਫੂਕ ਕੇ ਰੱਖੀ। ਇਹ ਜ਼ਰੂਰੀ ਨਹੀਂ ਸੌਖੇ ਹੋਣ ਉਹ ਕਾਰਜ। ਦਾਤਾਰ ਪਿਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਸ ਸੰਸਾਰ ਦੇ ਅੰਦਰ ਕਦਮ ਰੱਖਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਬੜੇ ਧਿਆਨ ਨਾਲ ਲਾਗਿਓਂ ਵੇਖਿਆ, ਔਰ ਉਹਨਾਂ ਨੇ ਇੱਕ ਕੌਮ ਦੀ ਅਗਵਾਈ ਕੀਤੀ। ਔਰ ਉਸ ਕੌਮ ਦੀ ਅਗਵਾਈ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਧਾਰਮਿਕ ਸਟਰਕਚਰ ਠੀਕ ਕੀਤਾ, ਉੱਥੇ ਰਾਜਨੀਤਿਕ ਸਟਰਕਚਰ ਵੀ ਠੀਕ ਕੀਤਾ, ਉਹ ਢਾਂਚਾ ਵੀ ਸੁਧਾਰਿਆ। ਜਦੋਂ ਧਰਮ ਦੀ ਗੱਲ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਧਾਰਮਿਕ ਬੰਦੇ ਇੱਥੇ ਹਰ ਹਰ ਕਰੈ, ਨਿਤ ਕਪਟ ਕਮਾਵੇ। ਜਦੋਂ ਧਾਰਮਿਕ ਬੰਦਿਆਂ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਮਾਥੇ ਤਿਲਕ, ਹੱਥ ਮਾਲਾ, ਬਾਨਾ ਲੋਗਨ ਰਾਮ। ਮੱਥੇ ਤੇ ਤਿਲਕ ਲਾ ਕੇ, ਹੱਥ ਵਿੱਚ ਮਾਲਾ ਫੜ ਕੇ ਤੇ ਸੋਹਣਾ ਜਿਹਾ ਬਾਣਾ ਪਾ ਕੇ ਲੋਕਾਂ ਨੇ ਰੱਬ ਨੂੰ ਖਿਡਾਉਣਾ ਸਮਝ ਲਿਆ, ਕਿਉਂ ਇਹਦੇ ਤੇ ਰੀਝ ਜਾਂਦਾ ਹੈ। ਯੂਨੀਫਾਰਮ ਬੜੀ ਚੰਗੀ ਚੀਜ਼ ਹੁੰਦੀ ਹੈ, ਪਰ ਯੂਨੀਫਾਰਮ ਪੜ੍ਹਾਈ ਨਹੀਂ ਹੁੰਦੀ। ਇਹ ਧਿਆਨ ਨਾਲ ਸਮਝਿਓ ਗੱਲ। ਯੂਨੀਫਾਰਮ ਬਹੁਤ ਜ਼ਰੂਰੀ ਹੁੰਦੀ ਹੈ। ਤੁਹਾਡੀ ਐਂਟਰੀ ਸਕੂਲ ਦੇ ਵਿੱਚ ਯੂਨੀਫਾਰਮ ਤੋਂ ਬਿਨਾਂ ਨਹੀਂ ਹੋ ਸਕਦੀ, ਪਰ ਯੂਨੀਫਾਰਮ ਨੇ ਤੁਹਾਨੂੰ ਪੜ੍ਹਾਈ ਨਹੀਂ ਕਰਾਉਣੀ। ਜੇ ਕੋਈ ਇਹ ਸੋਚੇ ਵੀ ਮੈਂ ਯੂਨੀਫਾਰਮ ਪਾ ਕੇ ਪੜ੍ਹਾਈ ਕਰ ਲਾਂਗਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਯੂਨੀਫਾਰਮ ਪਾਉਣ ਤੋਂ ਬਾਅਦ ਉਹਨੂੰ ਪੜ੍ਹਨਾ ਪੈਣਾ ਧਿਆਨ ਨਾਲ। ਤੇ ਸਿੱਖਾ ਤੂੰ ਵੀ ਯੂਨੀਫਾਰਮ ਪਾ ਕੇ ਨਾ ਕਿਤੇ ਏਦਾਂ ਭੁਲੇਖਾ ਖਾ ਜਾਏਗੀ ਮੈਂ ਸਿੱਖ ਬਣ ਗਿਆ। ਯੂਨੀਫਾਰਮ ਤੋਂ ਬਾਅਦ ਤੈਨੂੰ ਸਿਲੇਬਸ ਪੜ੍ਹਨਾ ਪੈਣਾ ਧਿਆਨ ਨਾਲ। ਜਿੱਦਣ ਸਿਲੇਬਸ ਪੜ੍ਹੇਗਾ ਨਾ ਧਿਆਨ ਨਾਲ, ਫਿਰ ਤੇਰੇ ਸਾਹਮਣੇ ਇਹ ਸਾਰਾ ਸਿਲੇਬਸ ਆਏਗਾ। ਚਮਕੌਰ ਦੀ ਗੜੀ, ਸਰਹੰਦ ਦੀਆਂ ਨੀਹਾਂ। ਸੋ ਸੱਜਣ ਦੀ ਚੋਣ ਕਰਨ ਲੱਗਿਆ ਬਹੁਤ ਧਿਆਨ ਨਾਲ, ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ। ਫਿਰ ਮਹਾਰਾਜ ਕਹਿੰਦੇ ਔਦ ਘਟੈ। ਜਿਵੇਂ ਆਪਾਂ ਨੂੰ ਕਈ ਵਾਰ ਲੱਗਦਾ ਨਾ ਕੋਈ ਨਹੀਂ ਫਿਰ ਵੇਖ ਲਾਂਗੇ, ਅਜੇ ਬਥੇਰਾ ਸਮਾਂ ਪਿਆ, ਐਂ ਕਰਦੇ ਨਾ ਆਪਾਂ ਸਾਰੇ, ਬੜੀ ਉਮਰ ਹੈ ਅਜੇ। ਮਹਾਰਾਜ ਕਹਿੰਦੇ ਕਿਹਨੇ ਕਿਹਾ ਤੈਨੂੰ ਬੜੀ ਉਮਰ ਹੈ? ਹਰ ਜਪਦਿਆਂ ਖਿੰਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਜਪੈ। ਗੁਰੂ ਸਾਹਿਬ ਤੇ ਕਹਿੰਦੇ ਤੇਰੇ ਅਗਲੇ ਸਾਹ ਦਾ ਨਹੀਂ ਪਤਾ। ਸਾਡੇ ਚੋਂ ਕੀ ਪਤਾ ਕਿਹਦਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਤੇ ਅਸੀਂ ਕੀ ਇਹਨੇ ਬੜੀ ਉਹਦੀ ਉਮਰ ਪਈ ਹੈ, ਬੜੀ ਲੰਮੀ ਉਮਰ ਹੈ। ਮਹਾਰਾਜ ਕਹਿੰਦੇ ਕਦੀ ਵੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਕਾਰਜ ਕਰਨੇ ਆ ਨਾ, ਉਦੋਂ ਇਹ ਨਹੀਂ ਸੋਚਣਾ। ਔਰ ਹੋਰ ਵੇਖਿਓ ਧਿਆਨ ਨਾਲ, ਸਾਹਿਬਜ਼ਾਦਿਆਂ ਨੂੰ ਸਲਾਹ ਨਹੀਂ ਸੀ ਦਿੱਤੀ ਕਈਆਂ ਨੇ
ਬਥੇਰੀ ਉਮਰ ਪਈ ਹੈ, ਅਜੇ ਜ਼ਰੂਰੀ ਥੋੜੀ ਇੱਕ ਵਾਰ ਮੰਨ ਜਾਓ। ਐਂ ਸਲਾਹ ਦਿੱਤੀ ਨਹੀਂ ਹੋਏਗੀ ਸਾਹਿਬਜ਼ਾਦੇ, ਬੜਿਆਂ ਨੇ ਦਿੱਤੀ ਹੋਣੀ ਹੈ। ਕੰਨ ਲਾਗੇ ਕਰ ਕਰਕੇ ਕਹਿੰਦੇ ਹੋਣੇ ਆ ਵੀ ਫਤਿਹ ਸਿੰਘ ਸੁਣ ਗੱਲ, ਅਜੇ 7 ਸਾਲ ਤੇਰੀ ਉਮਰ ਹੈ। ਇਹ ਸੂਬਾ ਇਹੋ ਹੀ ਕਹਿੰਦਾ ਨਾ ਵੀ ਮੈਂ ਇਸਲਾਮ ਕੋ ਕਹਿ ਦੇ ਇੱਕ ਵਾਰ, ਬਾਹਰ ਜਾ ਕੇ ਫਿਰ ਕਹਿ ਦੀ ਮੈਨੂੰ ਨਹੀਂ ਪ੍ਰਵਾਨ, ਫਿਰ ਕੀ ਹੋ ਚੱਲੇ। ਤੁਹਾਨੂੰ ਕੀ ਲੱਗਦਾ ਫਤਿਹ ਸਿੰਘ ਨੂੰ ਸਲਾਹਾਂ ਦੇਣ ਵਾਲੇ ਥੋੜੇ ਹੋਣੇ ਨੇ ਕਿਤੇ ਉੱਥੇ? ਪਰ ਫਤਿਹ ਸਿੰਘ ਕਹਿੰਦਾ ਇਹ ਸੁਭਾਅ ਤੇ ਇਹ ਪਿਰਤ ਮੈਂ ਆਪਣੀ ਕੌਮ 'ਚ ਪੈਣ ਹੀ ਨਹੀਂ ਦੇਣੀ। ਜੋ ਕਹਿਣਾ ਉਹ ਕਰਕੇ ਵਿਖਾਉਣਾ, ਤੇ ਜੋ ਕਰਕੇ ਨਹੀਂ ਵਿਖਾ ਸਕਦੇ ਉਹ ਕਹਿਣਾ ਵੀ ਨਹੀਂ ਜ਼ਿੰਦਗੀ ਦੇ ਅੰਦਰ। ਸੋ ਇਸ ਲਈ ਹੁਣ ਇਹਦੀ ਕੀਮਤ ਤਾਂ ਫਿਰ ਤਾਰਨੀ ਪਏਗੀ। ਅਸੀਂ ਸਾਰੇ ਏਦਾਂ ਸਮਝਦੇ ਹਾਂ, ਅਸੀਂ ਏਦਾਂ ਹੀ ਕਰਦੇ ਹਾਂ। ਬਥੇਰੀ ਬੱਚੇ ਨਾ, ਜਦੋਂ ਪੜ੍ਹਾਈ ਦੇ ਦਿਨ ਤੁਸੀਂ ਵੇਖਿਓ ਬੱਚਿਆਂ ਵੱਲ ਕਦੀ ਧਿਆਨ ਨਾਲ, ਅਸੀਂ ਸਾਰਿਆਂ ਥਾਵਾਂ ਤੇ ਸੁਭਾਅ ਬਣਾਤਾ। ਸਾਰਾ ਸਾਲ ਬੱਚੇ ਧਿਆਨ ਨਹੀਂ ਦਿੰਦੇ, ਪਰ ਪੇਪਰਾਂ ਵਾਲੇ ਦਿਨਾਂ 'ਚ ਨਾ ਵੇਖਣ ਵਾਲਾ ਹੀ ਹੁੰਦਾ ਮਾਹੌਲ ਕਰਦਾ। ਫਿਰ ਰਾਤ ਦੇ 12 ਵਜੇ, 2 ਵਜੇ, ਤੜਕੇ 3 ਵਜੇ ਲਾਈਟ ਬੰਦ ਹੀ ਨਹੀਂ ਹੁੰਦੀ। ਫਿਰ ਏਦਾਂ ਸਿਰ ਫੜ ਫੜ ਕੇ ਕਈ ਵਾਰ ਬੱਚੇ ਬੈਠ ਜਾਂਦੇ। ਤੇ ਜੇ ਸਾਰਾ ਸਾਲ ਵਿੱਚੋਂ ਥੋੜਾ 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 ਏਦਾਂ ਧਿਆਨ ਨਾਲ ਕਰਦੇ ਰਹਿਣ ਤੇ ਫਿਰ 12-12 ਵਜੇ ਤੱਕ ਜਾਗਣ ਦੀ ਲੋੜ ਪੈਣੀ ਨਹੀਂ। ਫਿਰ ਪੇਪਰਾਂ ਦਾ ਖੌਫ ਥੋੜੀ ਹੋਏਗਾ, ਡਰ ਥੋੜੀ ਹੋਏਗਾ ਜ਼ਿੰਦਗੀ ਦੇ ਅੰਦਰ। ਫਿਰ ਤੇ ਹੌਲੀ ਹੌਲੀ ਬੰਦਾ ਰੋਜ਼ ਤਿਆਰੀ ਕੀਤੀ ਹੈ, ਜਦੋਂ ਮਰਜ਼ੀ ਪੇਪਰ ਲੈ ਲੈ ਸਾਡੇ ਕੋਈ, ਆਪਾਂ ਤਾਂ ਰੋਜ਼ ਹੌਲੀ ਹੌਲੀ ਥੋੜੀ ਥੋੜੀ ਤਿਆਰੀ ਕਰਦੇ ਰਹੇ ਹਾਂ, ਨਾਲ ਦੀ ਨਾਲ ਸਿਲੇਬਸ ਸਮਝਦੇ ਰਹੇ ਹਾਂ। ਏਦਾਂ ਹੀ ਅਸੀਂ ਧਾਰਮਿਕ ਸਟਰਕਚਰ ਵਿੱਚ ਵੀ, ਧਾਰਮਿਕ ਢਾਂਚੇ ਵਿੱਚ ਵੀ ਐਂ ਹੀ ਕਰਦੇ। ਕੋਈ ਨਹੀਂ, ਅਜੇ ਅੰਮ੍ਰਿਤ ਛਕਣ ਦੀ ਗੱਲ ਹੀ ਜਦੋਂ ਕਿਸੇ ਨਾਲ ਕਰੋ ਨਾ, ਤੇ ਬੜੇ ਬੰਦੇ ਨੇ ਅਜੇ ਕਹਿੰਦੇ ਕੋਈ ਨਹੀਂ ਛਕ ਲਾਂਗੇ ਅਜੇ। ਮੈਂ ਬੜੀ ਵਾਰ ਬੇਨਤੀ ਕਰਦਾ ਹੁੰਦਾ, ਇੱਕ ਵਾਰ ਸਾਡੀ ਸੇਵਾ ਲੱਗ ਗਈ 5 ਪਿਆਰਿਆਂ ਵਿੱਚ, ਤੇ ਮੇਰੀ ਸੇਵਾ ਪਹਿਰੇ ਤੇ ਲੱਗ ਗਈ, ਪਹਿਰੇ ਤੇ ਡਿਊਟੀ ਲੱਗ ਗਈ ਮੇਰੀ। ਤੇ ਉੱਥੇ ਨਾ ਇੱਕ ਬਜ਼ੁਰਗ ਮਾਤਾ ਜੀ ਨੂੰ ਲੈ ਕੇ ਆ ਗਏ, ਜਿਨ੍ਹਾਂ ਦੀ ਉਮਰ ਲਗਭਗ 90 ਸਾਲ ਦੇ ਲਾਗੇ ਹੋਣੀ। ਪਹਿਰੇ ਤੇ ਮੇਰੀ ਸੇਵਾ ਸੀ, ਤੇ ਉਹ ਕਹਿੰਦੇ ਜੀ ਅੰਮ੍ਰਿਤ ਛਕਣਾ। ਬਾਕੀ ਸਾਰੇ ਅੰਦਰ ਚਲੇ ਗਏ, ਸਾਨੂੰ ਥੋੜੇ ਲੇਟ ਆਏ। ਇੱਕ ਬੰਨਿਓ ਮਾਤਾ ਜੀ ਨੂੰ ਕਿਸੇ ਨੇ ਫੜਿਆ ਹੋਇਆ, ਇੱਕ ਬੰਨਿਓ ਏਦਾਂ ਕਿਸੇ ਨੇ ਫੜਿਆ ਹੋਇਆ, ਕਹਿੰਦੇ ਜੀ ਇਹਨਾਂ ਨੂੰ ਅੰਮ੍ਰਿਤ ਛਕਾਉਣਾ। ਮੈਂ ਕਿਹਾ ਤੁਸੀਂ ਛਕਣਾ ਕਿ? ਕਹਿੰਦੇ ਨਹੀਂ, ਮਾਤਾ ਜੀ ਨੂੰ ਛਕਾਉਣਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮਾਤਾ ਜੀ ਨੇ ਛਕਿਆ ਨਹੀਂ ਸੀ ਅੰਮ੍ਰਿਤ ਅਜੇ ਤੱਕ? ਕਹਿੰਦੇ ਨਹੀਂ ਨਹੀਂ, ਅਜੇ ਛਕਿਆ ਨਹੀਂ ਸੀ। ਤੇ ਮੈਂ ਹੁਣ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਅੱਛਾ ਤੁਸੀਂ ਹੁਣ ਕਿਉਂ ਸੋਚਿਆ ਵੀ ਮਾਤਾ ਜੀ ਨੂੰ ਅੰਮ੍ਰਿਤ ਛਕਾ ਲਈਏ? ਕਹਿੰਦੇ ਅਸੀਂ ਸੋਚਿਆ ਵੀ ਹੁਣ ਤੇ ਮਾਤਾ ਜੀ ਦਾ ਟਾਈਮ ਪੂਰਾ ਹੋ ਗਿਆ, ਚਲੋ ਗੁਰੂ ਦੀ ਫੌਜ 'ਚ ਭਰਤੀ ਕਰ ਦਈਏ। ਮੈਂ ਕਿਹਾ ਵਾਹ ਵਾਹ, ਕਿੱਡਾ ਤਗੜਾ ਸਿਪਾਹੀ ਲੈ ਕੇ ਆਇਓ ਜਿਹਦੇ ਤੋਂ ਤੁਰਿਆ ਆਪ ਨਹੀਂ ਜਾਂਦਾ। ਮਹਾਰਾਜ ਦੀ ਫੌਜ 'ਚ ਸਿਪਾਹੀ ਵੇਖੋ ਲਿਆਏ, ਜਿਹਨੂੰ 2 ਬੰਦੇ ਫੜ ਕੇ ਲਿਆਏ। ਮਹਾਰਾਜ ਇਹਦੇ ਬਿਨਾਂ ਜੰਗ ਹਾਰਨੀ ਵਾਲੇ ਨੇ, ਫਟਾਫਟ ਇਹਨੂੰ ਭਰਤੀ ਕਰਾ ਦਿਓ। ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਛਕ ਲਓ ਨਾਲ ਅੰਦਰ। ਹੁਣ ਬਾਹਰ ਤਾਂ ਤੁਸੀਂ ਫੜ ਕੇ ਲੈ, ਅੰਦਰ ਕਿਵੇਂ ਲੈ ਕੇ ਜਾਣਗੇ ਇਹਨਾਂ ਨੂੰ? ਅੰਦਰ ਕੌਣ ਸੰਭਾਲੂਗਾ? ਤੁਸੀਂ ਵੀ ਅੰਦਰ ਚਲੇ ਜਾਓ। ਕਹਿੰਦੇ ਨਹੀਂ ਅਸੀਂ ਨਹੀਂ ਅਜੇ ਜਾਣਾ। ਮੈਂ ਕਿਹਾ ਤੁਸੀਂ ਉਦੋਂ ਜਾਇਓ ਜਿੱਦਣ ਤੁਹਾਨੂੰ ਤੁਹਾਡੇ ਪੁੱਤ ਪੋਤਰੇ ਏਦਾਂ ਫੜ ਕੇ ਲਿਆਉਣਗੇ। ਅਜੀਬ ਨਹੀਂ ਹਾਲ ਸਾਡਾ? ਵੀ ਨਾਲੇ ਅੰਮ੍ਰਿਤ ਦਾ ਮਤਲਬ ਕੀ ਹੈ ਭਲਾ? ਅੰਮ੍ਰਿਤ ਦਾ ਮਤਲਬ ਸਮਝੋ ਕੀ ਹੈ। ਅੰਮ੍ਰਿਤ ਦਾ ਮਤਲਬ ਹੈ ਅੱਖਾਂ ਮਾੜਾ ਵੇਖਣ ਨਾ, ਜ਼ੁਬਾਨ ਮਾੜਾ ਬੋਲੇ ਨਾ, ਹੱਥ ਮਾੜਾ ਕਰਨ ਨਾ, ਪੈਰ ਮਾੜੇ ਬੰਨੇ ਤੁਰਨ ਨਾ, ਦਿਮਾਗ ਮਾੜਾ ਸੋਚੇ ਨਾ। ਮੈਂ ਕਿਹਾ ਹੁਣ ਨਾ ਮਾਤਾ ਤੋਂ ਤੁਰਿਆ ਜਾਂਦਾ, ਨਾ ਮਾਤਾ ਤੋਂ ਵੇਖਿਆ ਜਾਂਦਾ, ਨਾ ਮਾਤਾ ਦੇ ਹੱਥ ਕੁਝ ਕਰਨ ਜੋਗੇ ਨੇ। ਹੁਣ ਤੇ ਮਾਤਾ ਵੈਸੇ ਹੀ ਅੰਮ੍ਰਿਤਧਾਰੀ ਹੈ। ਹੁਣ ਤੇ ਪਤਾ ਹੀ ਨਹੀਂ ਲੱਗਦਾ ਮਾਤਾ ਨੂੰ ਕਿਸੇ ਗੱਲ ਦਾ। ਹੁਣ ਤੇ ਭਾਵੇਂ ਤੁਸੀਂ ਕਿਰਪਾਨ ਪਵਾ ਦਿਓ, ਭਾਵੇਂ ਨਾ ਪਵਾ ਦਿਓ, ਅੰਮ੍ਰਿਤਧਾਰੀ ਹੈ ਬੇਬੇ ਹੁਣ। ਅੰਮ੍ਰਿਤ ਕੀ ਹੈ? ਅੰਮ੍ਰਿਤ ਸਾਨੂੰ ਮਰਨ ਨਹੀਂ ਦਿੰਦਾ, ਤੇ ਮਰਨ ਨਾ ਦੇਣ ਦਾ ਮਤਲਬ ਹੈ ਅਸੀਂ ਅੱਖਾਂ ਰਾਹੀਂ ਬੁਰਾਈ ਵੇਖ ਕੇ ਰੋਜ਼ ਰੋਜ਼ ਮਰਦੇ ਆ। ਅਸੀਂ ਰੋਜ਼ ਮਾੜਾ ਵੇਖ ਕੇ ਮਰਦੇ ਆ, ਪਰਾਇਆ ਰੂਪ ਵੇਖ ਕੇ ਰੋਜ਼ ਮੌਤ ਹੁੰਦੀ ਹੈ ਸਾਡੀ। ਜੇ ਅਸੀਂ ਪਰਾਇਆ ਰੂਪ ਵੇਖਣਾ ਬੰਦ ਕਰ ਦਈਏ ਤੇ ਗੁਰੂ ਸਾਹਿਬ ਜੀ ਕਹਿੰਦੇ ਤੇਰੀ ਮੌਤ ਨਹੀਂ ਹੋਏਗੀ। ਮੌਤ ਕੀ ਹੈ ਸੁਣਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਤਰੈ ਰੂਪ ਨਾ ਵੇਖੈ ਨੇਤਰ, ਪਰਾਇਆ ਰੂਪ ਨਾ ਵੇਖਣ ਤੇਰੇ ਨੇਤਰ। ਇਹ ਗੁਰੂ ਨਾਨਕ ਸਾਹਿਬ ਜੀ ਦਾ ਮੁੱਢਲਾ ਅਸੂਲ ਹੈ। ਤੇ ਸੋਚੋ ਭਲਾ ਜੇ ਅਸੀਂ ਪਰਾਏ ਰੂਪ ਵੇਖਣੋਂ ਹਟ ਜਾਈਏ ਕਿਤੇ, ਤੇ ਤੁਹਾਨੂੰ ਲੱਗਦਾ ਨਹੀਂ ਇਹ ਸਮਾਜ ਕਿੰਨਾ ਸਵਰਗ ਬਣ ਜਾਏਗਾ? ਹਾਲਾਂਕਿ ਸਾਡੇ 'ਚ ਗੁਰੂ ਸਾਹਿਬ ਜੀ ਨੇ ਕੁਆਲਿਟੀਆਂ ਪਾਈਆਂ। ਪਰਤਰੈ ਰੂਪ ਨਾ ਵੇਖੈ ਨੇਤਰ, ਪਰਾਇਆ ਰੂਪ ਨਾ ਇਹ ਨੇਤਰ ਵੇਖਣ।
ਤੇ ਜੇ ਵੇਖਣ ਤੇ ਬਾਣੀ ਨੇ ਕਿਹਾ 3 ਰਿਸ਼ਤੇ ਕਾਇਮ ਕਰਕੇ ਵੇਖਣ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ। ਵਾਹ ਵਾਹ, ਕਿੱਡੀ ਗਜ਼ਬ ਗੱਲ ਹੈ। ਵੇਖੋ, ਕਹਿੰਦੇ ਜੇ ਕੋਈ ਬਜ਼ੁਰਗ ਹੋਵੇ ਤੇ ਕਹੇ ਮੇਰੀ ਮਾਂ ਹੈ, ਤੇ ਜੇ ਕੋਈ ਬਰਾਬਰ ਦੀ ਹੋਵੇ ਫਿਰ ਕਹੇ ਮੇਰੀ ਭੈਣ ਹੈ, ਤੇ ਜੇ ਕੋਈ ਛੋਟੀ ਹੋਵੇ ਫਿਰ ਉਹਦੇ ਸਿਰ ਤੇ ਹੱਥ ਰੱਖ ਕੇ ਕਹੇ ਧੀ ਹੈ ਮੇਰੀ। ਤੁਸੀਂ ਅੰਦਾਜ਼ਾ ਲਾਓ, ਜੇ ਇਹੋ ਜਿਹਾ ਸਮਾਜ ਸਿਰਜ ਦਿੰਦੇ ਅਸੀਂ, ਕਿਤੇ ਦਾ ਸਿਰਜ ਸਕਦੇ ਅਸੀਂ। ਜਿਹੜਾ ਸਮਾਜ ਸਿਰਜਣ ਲਈ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਕੀ ਚਾਹੁੰਦੇ ਸਨ ਉਹ? ਹਾਲਾਤ ਕੀ ਸਨ ਉਸ ਵੇਲੇ? ਔਰਤ ਨੂੰ ਪੈਰ ਦੀ ਜੁੱਤੀ, ਬਾਜ਼ਾਰ ਵਿੱਚ ਵਿਕਣ ਵਾਲੀ ਇੱਕ ਵਸਤੂ। ਮੰਡੀਆਂ ਲੱਗਦੀਆਂ ਸਨ ਬੰਦਿਆਂ ਦੀਆਂ, ਮੰਡੀਆਂ। ਭਾਰਤ ਦੀ ਧਰਤੀ ਵਿੱਚ, ਬਾਹਰਲੇ ਮੁਲਕਾਂ ਵਿੱਚ ਮੰਡੀਆਂ ਲੱਗਦੀਆਂ ਸਨ ਤੇ ਵਪਾਰ ਹੁੰਦਾ ਸੀ। ਯੂਪੀ ਦੇ ਇਲਾਕੇ ਵਿੱਚ, ਹੁਣ ਉੱਤਰਾਖੰਡ 'ਚ ਆ ਗਏ, ਨਾਨਕਪੁਰੀ ਟਾਂਡਾ ਇੱਕ ਥਾਂ ਆ ਜਿੱਥੇ ਭਾਰਤ ਵਿੱਚ ਬੰਦਿਆਂ ਦੀ ਮੰਡੀ ਲੱਗਦੀ ਸੀ। ਤੁਹਾਡੇ 'ਚੋਂ ਬਹੁਤ ਸਾਰੇ ਵੀਰ ਭੈਣਾਂ ਇਤਿਹਾਸ ਨੂੰ ਪੜ੍ਹਦੇ ਹੋ। ਯੂਪੀ ਵਿੱਚ ਪਹਿਲਾਂ ਉਹ ਜਗ੍ਹਾ ਸੀ, ਹੁਣ ਇਸ ਵੇਲੇ ਉੱਤਰਾਖੰਡ ਵਿੱਚ ਹੈ ਨਾਨਕਪੁਰੀ ਟਾਂਡਾ, ਜਿੱਥੇ ਬੰਦਿਆਂ ਦਾ ਵਪਾਰ ਹੁੰਦਾ ਸੀ। ਪੂਰੀ ਦੁਨੀਆ ਦੇ ਅੰਦਰੋਂ ਪਹਿਲੀ ਵਾਰ ਜੇ ਕਿਸੇ ਨੇ ਵਪਾਰ ਬੰਦਿਆਂ ਦਾ ਬੰਦ ਕੀਤਾ ਤੇ ਉਹ ਬਾਬੇ ਨਾਨਕ ਜੀ ਨੇ ਕੀਤਾ। ਮੰਡੀ ਲੱਗਦੀ ਸੀ ਏਦਾਂ, ਤੇ ਗੁਰੂ ਸਾਹਿਬ ਜੀ ਨੇ ਕਿਹਾ ਹੱਦ ਹੋ ਗਈ ਹੈ, ਸੌਦਾ ਹੋਏਗਾ ਬੰਦਿਆਂ ਦਾ ਏਦਾਂ। ਤੇ ਅੱਜ ਤੁਸੀਂ ਵੇਖੋ, ਮੰਡੀਆਂ ਨਹੀਂ ਬਣੀਆਂ ਪਈਆਂ। ਸਾਡਾ ਸਮਾਜ ਮੰਡੀ ਨਹੀਂ ਹੈ। ਮੈਂ ਹੁਣੇ ਹੀ ਵਿਚਾਰਾਂ ਕਰ ਰਿਹਾ ਸੀ, ਮੈਂ ਉੱਥੇ ਵੀ ਕਹਿ ਕੇ ਆਇਆ ਸੀ, ਅੱਜ ਮੰਡੀ ਨਹੀਂ ਹੈ। ਜੇ 6.5 ਪੁਆਇੰਟ ਆ ਜਾਣ ਕਿਸੇ ਦੇ ਤੇ 20 ਲੱਖ ਰੁਪਈਆ ਮੁੱਲ ਪੈ ਨਹੀਂ ਜਾਂਦਾ ਉਹਦਾ। ਅਸੀਂ ਵਾਰਸ ਆ ਸਾਹਿਬਜ਼ਾਦਿਆਂ ਦੇ। ਜੇ ਸਾਡੇ ਪੁੱਤ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਏ ਤੇ ਅਸੀਂ ਉਹਦੀ ਕੀਮਤ 40 ਲੱਖ ਰੱਖ ਦਿੰਦੇ ਆ ਵੀ ਜੇ ਭਾਈ ਸਾਡੇ ਪੁੱਤ ਖਰੀਦਣੇ ਤੇ ਇਹਦੀ 40 ਲੱਖ ਕੀਮਤ ਤਾਰ ਦਿਓ, ਲੈ ਲਓ। ਐ ਲਾਵਾਂਗੇ ਮੰਡੀਆਂ ਆਪਾਂ ਆਪਣੇ ਧੀਆਂ ਪੁੱਤਾਂ ਦੀ। ਏਦਾਂ ਰਿਸ਼ਤੇ ਨਿਭਦੇ ਹੁੰਦੇ ਨੇ। ਇਹ ਨੇ ਸਾਹਿਬਜ਼ਾਦਿਆਂ ਦੇ ਵਾਰਸ ਨਹੀਂ। ਅਸੀਂ ਕਿਤੇ ਨਾ ਕਿਤੇ ਗੁਸਤਾਖੀ ਕਰ ਬੈਠੇ ਹਾਂ, ਕਿਤੇ ਨਾ ਕਿਤੇ ਅਸੀਂ ਗਲਤ ਰਾਹ ਚੁਣ ਬੈਠੇ ਹਾਂ। ਤੇ ਫਿਰ ਅਸੀਂ ਕਹਿੰਦੇ ਆ ਸਮਾਜ ਇੱਕ ਦੂਜੇ ਦੀ ਰਿਸਪੈਕਟ ਨਹੀਂ ਕਰਦਾ। ਜਿੱਥੇ ਚੀਜ਼ਾਂ ਖਰੀਦੀਆਂ ਤੇ ਵੇਚੀਆਂ ਜਾਣ ਉੱਥੇ ਰਿਸਪੈਕਟ ਦੀ ਆਸ ਨਹੀਂ ਕਰੀਦੀ। ਦਾਜ, ਜਦੋਂ ਦਾਜ ਆਉਂਦਾ ਨਾ, ਕਈ ਵਾਰ ਜਦੋਂ ਅਸੀਂ ਮੂੰਹ ਮੰਗ ਕੇ ਦਾਜ ਲੈਂਦੇ ਹਾਂ, ਫਿਰ ਕਹਿੰਦੇ ਨਵਾਂ ਆਖੇ ਨਹੀਂ ਲੱਗਦੀਆਂ। ਹੁਣ ਆਖੇ ਲੱਗਣਾ ਵੀ ਨਹੀਂ ਉਹਨਾਂ ਨੇ। ਚੇਤਾ ਭੁੱਲ ਜਾਓ ਵੀ ਆਖੇ ਲੱਗਣਗੀਆਂ। ਉਹ ਤੁਹਾਡੇ ਘਰ ਵਿੱਚ ਰਹਿਣ ਵਾਸਤੇ ਤੁਹਾਡੇ ਪੁੱਤ ਨੂੰ ਉਹਨਾਂ ਨੇ ਲੀਜ਼ ਤੇ ਲਿਆ, ਕੀਮਤ ਆ ਰਹੀ ਉਹਦੀ। ਤੇ ਜੇ ਤੁਸੀਂ ਮੰਡੀ 'ਚ ਖੜਾ ਕਰਕੇ ਆਪਣਾ ਪੁੱਤ ਵੇਚ ਲਿਆ ਨਾ, ਤੇ ਹੁਣ ਉਮੀਦ ਨਾ ਕਰੋ ਵੀ ਉਹ ਤੁਹਾਡਾ ਧਿਆਨ ਵੀ ਰੱਖੇ। ਉਹਨਾਂ ਨੂੰ ਜਿਨ੍ਹਾਂ ਨੇ ਖਰੀਦਿਆ ਹੈ ਉਹਨਾਂ ਦੇ ਇਸ਼ਾਰਿਆਂ ਤੇ ਚੱਲਣਾ ਹੀ ਪੈਣਾ। ਕਿਉਂਕਿ ਜਿਹੜੀ ਚੀਜ਼ ਵਿਕ ਗਈ ਉਹਦੇ ਤੇ ਹੱਕ ਨਹੀਂ ਨਾ ਹੁੰਦਾ ਫਿਰ ਸਾਡਾ। ਤੇ ਸਾਹਿਬਜ਼ਾਦਿਆਂ ਦੇ ਵਾਰਸ ਨੇ ਨਾ ਜਿਹੜੇ, ਉਹ ਵਿਕਣ ਨਹੀਂ। ਇਸ ਮੁਲਕ ਦੇ ਅੰਦਰ ਵਿਕੇ ਨਾ ਕੁਝ, ਇਹਦੇ ਲਈ ਤਾਂ ਗੁਰੂ ਸਾਹਿਬ ਜੀ ਨੇ ਕੁਰਬਾਨੀਆਂ ਕੀਤੀਆਂ ਸਨ। ਖੈਰ, ਸੱਜਣਾਂ ਦੀ ਚੋਣ ਬੜੀ ਸੋਚ ਸਮਝ ਕੇ ਕਰਿਆ ਕਰੋ, ਬਹੁਤ ਧਿਆਨ ਨਾਲ। ਤੇ ਮਹਾਰਾਜ ਕਹਿੰਦੇ ਉਹ ਇੱਕੋ ਹੀ ਸੱਜਣ ਹੈ ਜਿਹੜਾ ਵਿਕਦਾ ਨਹੀਂ, ਜਿਹੜਾ ਸਮੇਂ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ, ਜਿਹਦੇ ਤੇ ਕਿਸੇ ਵੀ ਵੇਲੇ ਦਾ ਪ੍ਰਭਾਵ ਨਹੀਂ ਪੈਂਦਾ। ਮੈਂ ਕੱਲ ਇੱਕ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਹਾਂ ਕਲਯੁਗੀ ਹਾਂ ਤਾਂ ਸਾਡਾ ਮਨ ਨਹੀਂ ਲੱਗਦਾ, ਸਿੱਖ ਕਲਯੁਗੀ ਨਹੀਂ ਹੁੰਦਾ। ਤੇ ਜਿਹੜਾ ਕਲਯੁਗੀ ਹੁੰਦਾ ਉਹ ਸਿੱਖ ਹੀ ਨਹੀਂ ਹੁੰਦਾ। ਸਿੱਖ ਕਦੀ ਕਲਯੁਗੀ ਨਹੀਂ ਹੁੰਦਾ। ਬਾਣੀ ਚੋਂ ਵਾਕ ਪੜ੍ਹ ਦਿੰਨਾ, ਯਾਦ ਹੋਏਗਾ ਤੁਹਾਨੂੰ। ਬਾਬਾ ਨਾਨਕ ਜੀ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਕਲਯੁਗ ਕਦੋਂ ਹੁੰਦਾ? ਜਦੋਂ ਅਸੀਂ ਤੈਨੂੰ ਨਹੀਂ ਮਿਲੇ ਹੁੰਦੇ। ਤੇ ਜਦੋਂ ਤੈਨੂੰ ਮਿਲੇ ਹੁੰਦੇ ਆ ਫਿਰ ਕੋਈ ਕਲਯੁਗ ਨਹੀਂ ਹੁੰਦਾ, ਫਿਰ ਹਰ ਵੇਲੇ ਸਤਯੁਗ ਹੀ ਹੁੰਦਾ। ਤੇ ਤਾਂ ਹੀ ਕਿਹਾ ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਤੇ ਅੱਗੇ ਸ਼ਬਦ ਵੇਖੋ ਵਰਤਿਆ, ਮੋਹ ਰੈਣ ਨਾ ਬਿਹਾਵੇ ਨੀਂਦ ਨਾ ਆਵੇ। ਕਾਹਦੇ ਤੋਂ ਬਿਨਾ? ਬਿਨ ਦੇਖੇ ਗੁਰ ਦਰਬਾਰੇ ਜੀ। ਕਿੱਡੇ ਗਜ਼ਬ ਬੋਲ ਨੇ, ਕਿੱਡੇ ਪਿਆਰੇ ਬੋਲ ਨੇ। ਮੋਹ ਰੈਣ ਨਾ ਬਿਹਾਵੇ, ਮੈਨੂੰ ਰਾਤ ਨਹੀਂ ਚੰਗੀ ਲੱਗਦੀ, ਮੇਰੀਆਂ ਅੱਖਾਂ 'ਚ ਨੀਂਦ ਨਹੀਂ ਆਉਂਦੀ ਮਾਲਕਾ, ਕਦੋਂ ਜੇ ਮੈਂ ਤੇਰਾ ਦਰਬਾਰ ਨਾ ਵੇਖਾਂ। ਹੁਣ ਇਹ ਵੀ ਧਿਆਨ ਨਾਲ ਵੇਖਿਓ ਉਹਦਾ ਦਰਬਾਰ ਕਿੱਥੇ ਹੈ। ਸਾਨੂੰ ਤੇ ਸਾਰੀਆਂ ਚੀਜ਼ਾਂ ਭੁਲੇਖੇ ਨਾਲ ਸਮਝਾਈਆਂ ਗਈਆਂ ਨੇ। ਸਿੱਖਾਂ ਨੂੰ ਦੱਸਿਆ ਗਿਆ ਹੈ ਗੁਰੂ ਦਾ ਦਰਬਾਰ
ਗੁਰਦੁਆਰਾ ਹੁੰਦਾ ਹੈ। ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ, ਗੁਰੂ ਦਾ ਦਰਬਾਰ ਤੇਰਾ ਹਿਰਦਾ ਹੈ, ਹਰ ਮੰਦਰ ਹਰ ਸਾਜਿਆ, ਹਰ ਵਸੈ ਤਿਸ ਨਾਲ। ਤੈਨੂੰ ਇਹ ਕੌਣ ਦੱਸ ਗਿਆ ਵੀ ਉਹਦਾ ਹਰਮੰਦਰ ਕਿਤੇ ਹੋਰ ਹੁੰਦਾ ਹੈ? ਹਰ ਮੰਦਰ ਹਰ ਸਾਜਿਆ, ਹਰੀ ਨੇ ਹਰਮੰਦਰ ਤੇਰਾ ਸਰੀਰ ਸਾਜਿਆ ਤੇ ਉਹ ਕਿਤੇ ਪਾਸੇ ਨਹੀਂ ਬੈਠਾ। ਹਰ ਵਸੈ ਤਿਸ ਵਿੱਚ ਰਹਿੰਦਾ ਹੈ ਉਹ। ਬੜੇ ਬਾਣੀ 'ਚ ਹੀ ਲਿਖਿਆ, ਕਿਤੇ ਹੋਰ ਵੇਖਿਓ ਧਿਆਨ ਨਾਲ। ਭੁਲੇਖੇ ਕਿੰਨੇ ਖਾਨੇ ਆ ਅਸੀਂ। ਲਾਹੌਰ ਸ਼ਹਿਰ ਯਾਦ ਹੋਏਗਾ ਤੁਹਾਨੂੰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇਹ ਵਾਕ ਹੈ ਗੁਰੂ ਨਾਨਕ ਸਾਹਿਬ ਜੀ ਦਾ। ਵਾਰਾਂ ਦੇ ਵਧੀਕ ਬਾਣੀ ਜਦੋਂ ਪੜ੍ਹੋਗੇ ਨਾ ਗੁਰੂ ਗ੍ਰੰਥ ਸਾਹਿਬ 'ਚ, ਵਾਰਾਂ ਦੇ ਵਧੀਕ, ਉਹਦਾ ਅਰਥ ਹੈ ਵਾਰਾਂ ਤੋਂ ਵਧੇ ਹੋਏ ਸ਼ਲੋਕ ਐਂਡ ਤੇ ਜਾ ਕੇ, ਅਖੀਰ ਤੇ ਜਾ ਕੇ ਵਾਰਾਂ ਦੇ ਵਧੀਕ ਸਿਰਲੇਖ ਹੇਠ ਗੁਰੂ ਸਾਹਿਬ ਜੀ ਨੇ ਦਰਜ ਕੀਤੇ ਨੇ। ਉਹਦੇ 'ਚ ਬਾਬੇ ਨਾਨਕ ਜੀ ਦੇ ਸ਼ਲੋਕ ਜਦੋਂ ਆਉਂਦੇ ਨੇ, ਉਹਦੇ 'ਚ ਆਉਂਦਾ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇਹ ਕਿਸੇ ਥਾਂ ਦੀ ਨਹੀਂ ਗੱਲ ਚੱਲ ਰਹੀ। ਲਾਹੌਰ ਤੋਂ ਐਂ ਲੱਗਦਾ ਜਿਵੇਂ ਲਾਹੌਰ ਦੀ ਗੱਲ ਚੱਲਦੀ ਹੈ, ਪਰ ਨਾਲ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਹੱਲਾ ਤੀਜਾ ਉਹਨੂੰ ਸਪਸ਼ਟ ਕਰ ਲਈ। ਉਹ ਕੀ ਕਹਿੰਦੇ? ਅੰਮ੍ਰਿਤਸਰ ਸਿਫਤੀ ਦਾ ਘਰ। ਅਜੇ ਅੰਮ੍ਰਿਤਸਰ ਸ਼ਹਿਰ ਨਹੀਂ ਸੀ ਵਸਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ। ਜਿਹੜਾ ਅੰਮ੍ਰਿਤਸਰ ਸ਼ਬਦ ਬਾਣੀ ਵਿੱਚ ਵਰਤਿਆ ਨਾ, ਇਹ ਅੰਮ੍ਰਿਤਸਰ ਸ਼ਹਿਰ ਵਸਣ ਤੋਂ ਪਹਿਲਾਂ ਦਾ ਵਰਤਿਆ। ਤੁਸੀਂ ਸਾਰੇ ਇਤਿਹਾਸ ਤੋਂ ਜਾਣੂ ਬੈਠੇ ਹੋ, ਇੰਨਾ ਪਤਾ ਸਾਨੂੰ ਸਾਰਿਆਂ ਨੂੰ ਵੀ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਗੁਰੂ ਰਾਮਦਾਸ ਪਿਤਾ ਜੀ ਨੇ ਵਸਾਇਆ, ਤੇ ਇਹਦਾ ਪਹਿਲਾ ਨਾਮ ਸੀ ਚੱਕ ਗੁਰੂ ਰਾਮਦਾਸਪੁਰ, ਰਾਮਦਾਸ ਚੱਕ। ਫਿਰ ਚੱਕ ਰਾਮਦਾਸਪੁਰ ਨਾਂ ਹੋਇਆ ਇਹਦਾ। ਫਿਰ ਹੌਲੀ ਹੌਲੀ ਅੰਮ੍ਰਿਤ ਸਰੋਵਰ ਕਰਕੇ, ਬਾਣੀ ਦੇ ਪ੍ਰਕਾਸ਼ ਕਰਕੇ ਇਹਦਾ ਨਾਮ ਇਤਿਹਾਸ ਵਿੱਚ ਪ੍ਰਚਲਿਤ ਹੋ ਗਿਆ ਅੰਮ੍ਰਿਤਸਰ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਤੱਕ ਇਸ ਸ਼ਹਿਰ ਦਾ ਨਾਮ ਸੀ ਚੱਕ ਰਾਮਦਾਸਪੁਰ। ਤੇ ਜਿਹੜਾ ਸ਼ਲੋਕ ਪੜ੍ਹ ਰਹੇ ਹਾਂ ਆਪਾਂ, ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਹੈ ਗੁਰੂ ਅਮਰਦਾਸ ਜੀ ਦਾ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਸਿੱਖਾਂ ਦਾ ਕੇਂਦਰੀ ਸਥਾਨ ਹੈ ਗੋਇੰਦਵਾਲ ਸਾਹਿਬ। ਹੁਣ ਸ਼ਬਦ ਲਾਹੌਰ ਕਿਉਂ ਵਰਤਿਆ? ਕਿਉਂਕਿ ਲਾਹੌਰ ਦੇ ਵਿੱਚ ਦਿਨ ਚੜ੍ਹਦੇ ਸਵਾ ਪੈਰ, ਦਿਨ ਚੜ੍ਹਦੇ ਕਹਿਰ ਸ਼ੁਰੂ ਹੋ ਜਾਂਦਾ ਸੀ, ਚਾਰ ਸਫੇਰੇ ਹਾਹਾਕਾਰ ਮਚ ਜਾਂਦੀ ਸੀ। ਉਸੇ ਲਾਹੌਰ ਵਿੱਚ ਬਾਬੇ ਨਾਨਕ ਦੀ ਸਿਫਤੀ ਦਾ ਡੰਕਾ ਵੱਜਿਆ ਨਾ ਜਦੋਂ, ਉਹ ਲਾਹੌਰ ਅੰਮ੍ਰਿਤਸਰ ਬਣ ਗਿਆ। ਹੁਣ ਅੰਮ੍ਰਿਤ ਦਾ ਸਰੋਵਰ ਬਣ ਗਿਆ। ਹੁਣ ਇਹ ਹੈ ਬਾਹਰੀ ਖਿਆਲਾਤ। ਇੱਕ ਇਹਨੂੰ ਸੌਖਾ ਸਮਝਣਾ ਹੋਵੇ, ਆਹ ਜਿਹੜਾ ਸ਼ਹਿਰ ਹੈ ਨਾ ਸਾਡਾ, ਇਹਦੇ ਅੰਦਰ ਚੱਲਦਾ ਹੈ ਜ਼ਹਿਰ ਕਹਿਰ ਸਵਾ ਪੈਰ। ਹਰ ਵੇਲੇ ਜ਼ਹਿਰ, ਅੱਖਾਂ 'ਚ ਜ਼ਹਿਰ, ਜ਼ੁਬਾਨ ਤੇ ਜ਼ਹਿਰ, ਕੰਨਾਂ 'ਚ ਜ਼ਹਿਰ। ਤੇ ਇਹਨੂੰ ਕੀ ਕਰੀਏ? ਇੱਥੇ ਅੰਮ੍ਰਿਤਸਰ ਬਣਾ ਲਈਏ, ਇਹਨੂੰ ਬਣਾਈਏ ਅੰਮ੍ਰਿਤਸਰ। ਫਿਰ ਕੀ ਹੋਏਗਾ? ਸਿਫਤੀ ਦਾ ਘਰ। ਤੇ ਜਿੱਥੇ ਸਿਫਤ ਦਾ ਘਰ ਬਣ ਜਾਏ, ਉੱਥੇ ਜਪਜੀ ਸਾਹਿਬ 'ਚ ਪੜ੍ਹਿਓ ਭਲਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਬਾਦਸ਼ਾਹ ਨਹੀਂ ਲੱਭਣ। ਜਿਹਦੇ ਅੰਦਰ ਸਿਫਤ ਸਲਾਹ ਆ ਗਈ ਨਾ, ਉਹ ਅਸਲ 'ਚ ਬਾਦਸ਼ਾਹ ਹੈ। ਗੁਰੂ ਸਾਹਿਬ ਜੀ ਦਾ ਝਗੜਾ ਕੀ ਸੀ ਭਲਾ? ਹਕੂਮਤ ਨਾਲ। ਹਕੂਮਤ ਦਾ ਰਤਿਆ ਹੋਇਆ ਬੰਦਾ ਕਹਿੰਦਾ ਮੈਂ ਬਾਦਸ਼ਾਹ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨਹੀਂ, ਮੈਂ ਕੱਲੇ ਕੱਲੇ ਸਿੱਖ ਨੂੰ ਦੁਨੀਆ ਤੇ, ਬੋਲੋ ਗੱਜ ਕੇ, ਕੱਲੇ ਕੱਲੇ ਸਿੱਖ ਨੂੰ ਬਾਦਸ਼ਾਹ ਬਣਾ ਕੇ ਜਾਣਾ। ਤੇ ਬਾਦਸ਼ਾਹ ਬਣਨਾ ਸੌਖਾ ਕੰਮ। ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹਰਿਆਣੇ 'ਚ ਨਾ ਫਤਿਹਾਬਾਦ ਸ਼ਹਿਰ ਪੈਂਦਾ ਹੈ। ਹਿੰਦੂ ਜੈਂਟਲਮੈਨ ਵੀਰ ਹੈ ਉੱਥੇ, ਜੇ ਕਿਸੇ ਵੀਰ ਨੇ ਗੱਲ ਕਰਨੀ ਹੋਵੇ, ਵੀਰ ਜੀ ਹੋਣਾ ਦੇ ਜਾਣਕਾਰ ਰਿਸ਼ਤੇਦਾਰ ਨੇ, ਉੱਥੇ ਪੁੱਛ ਸਕਦੇ ਹੋ ਤੁਸੀਂ, ਪਰਿਵਾਰ ਇਹਨਾਂ ਦਾ ਰਹਿੰਦਾ ਉੱਥੇ। ਇੱਕ ਹਿੰਦੂ ਜੈਂਟਲਮੈਨ ਵੀਰ ਹੈ, ਉਹ ਨਾ ਹੌਲੀ ਹੌਲੀ ਗੁਰਦੁਆਰੇ ਆਉਣ ਲੱਗ ਪਿਆ, ਬਾਣੀ ਸੁਣਨ ਲੱਗ ਪਿਆ, ਬਾਣੀ ਸਮਝਣ ਲੱਗ ਪਿਆ। ਬੈਂਕ 'ਚ ਜੌਬ ਕਰਦਾ ਸੀ ਉਹ ਵੀਰ, ਤੇ ਉਹਨਾਂ ਦੇ ਜਿਹੜੇ ਪਤਨੀ ਨੇ ਉਹ ਸਰਕਾਰੀ ਟੀਚਰ ਨੇ। ਬਹੁਤ ਵੱਡਾ ਉਹਨਾਂ ਨੇ ਆਲੀਸ਼ਾਨ ਘਰ ਬਣਾਇਆ, ਕਿਉਂਕਿ ਇੱਕ ਬੈਂਕ ਮੈਨੇਜਰ ਸੀ, ਇੱਕ ਸਰਕਾਰੀ ਟੀਚਰ ਸੀ, ਚੰਗੀ ਆਮਦਨ ਸੀ ਉਹਨਾਂ ਕੋਲ। ਹੌਲੀ ਹੌਲੀ ਬਾਣੀ ਨੂੰ ਸਮਝਣ ਲੱਗ ਪਏ, ਬਾਣੀ ਨੂੰ ਜਾਣਨ ਲੱਗ ਪਏ। ਫਿਰ ਜਦੋਂ ਕਿਤੇ ਅਸੀਂ ਜਾਣਾ ਨਾ, ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਨਾ ਏਡਾ ਵੱਡਾ ਘਰ ਬਣਾ ਲਿਆ, ਹੁਣ ਸਾਨੂੰ ਸਮਝ ਲੱਗਦੀ ਹੈ ਸਾਡੇ ਲਈ ਤਾਂ ਇੱਕੋ ਹੀ ਕਮਰਾ ਬਹੁਤ ਸੀ। ਹੁਣ ਗੱਲ ਤਾਂ ਸਮਝਦੀ ਆ ਨਾ, ਇਹਨਾਂ ਦੀ ਤਾਂ ਕਿੰਨੇ ਨੇ ਇੱਥੇ ਜਿਹੜੇ ਵੱਡੇ ਵੱਡੇ ਜਥੇਦਾਰ ਨੇ, ਕਈ ਕਈ ਘਰ ਬਣਾਈ ਫਿਰਦੇ ਨੇ। ਕਦੀ ਆਉਂਦਾ ਦਿਮਾਗ ਵਿੱਚ ਵੀ ਇਹਦੀ ਲੋੜ ਹੀ ਨਹੀਂ ਹੈ? ਜਿਹਦੇ ਸਮਝ ਆਉਣੀ ਹੈ, ਜਿਹਦੇ ਗੱਲ ਕਲਿੱਕ ਕਰਨੀ, ਉਹ ਕਿਸੇ ਦੇ ਵੀ ਘਰ, ਹਿੰਦੂ ਵੀਰ ਹੈ ਉਹ,
ਤੇ ਉਹ ਕਹਿੰਦੇ ਹੁਣ ਤੇ ਕਈ ਵਾਰ ਐਂ ਜੀ ਕਰਦਾ ਵੀ ਜੇ ਇੰਨਾ ਇਹਦੇ ਤੇ ਖਰਚ ਕਰਨ ਨਾਲੋਂ ਇਹਦੇ ਨਾਲੋਂ ਚੰਗਾ ਸੀ 2-4 ਗਰੀਬਾਂ ਦੇ ਹੋਰ ਬਣਾ ਦਿੰਦੇ ਘਰ। ਇਹਨੂੰ ਕਹਿੰਦੇ ਨੇ ਜਿੱਥੇ ਨੀਚ ਸੰਭਾਲੀਏ ਤਿੱਥੇ ਨਜ਼ਰ ਤੇਰੀ। ਰੱਬ ਕਿੱਦਾਂ ਮਿਲਦਾ ਹੈ? ਬਾਬੇ ਦੀ ਬਾਣੀ ਕਹਿੰਦੀ ਜਿੱਥੇ ਆਪਣਿਆਂ ਤੋਂ ਨੀਵਿਆਂ ਨੂੰ ਗਲ ਲਾਉਣਾ ਆ ਜਾਏ ਨਾ, ਜਦੋਂ ਸਮਝ ਲਿਓ ਉਦੋਂ ਰੱਬ ਤੁਹਾਡੇ ਤੇ ਦਿਆਲ ਹੋ ਗਿਆ। ਅਸੀਂ ਕਹਿੰਦੇ ਰੱਬਾ ਦਿਆਲ ਹੋ, ਰੱਬਾ ਮਿਹਰ ਕਰ, ਰੱਬਾ ਬਖਸ਼ਿਸ਼ ਕਰ। ਰੱਬ, ਬਾਬੇ ਦੀ ਬਾਣੀ ਕਹਿੰਦੀ ਜਿੱਦਣ ਆਪਣਿਆਂ ਤੋਂ ਨੀਵਿਆਂ ਨੂੰ ਗਲ ਲਾਉਣਾ ਆ ਗਿਆ ਨਾ, ਸਮਝ ਲਈ ਰੱਬ ਤੇਰੇ ਤੇ ਦਿਆਲੂ ਹੋ ਗਿਆ ਤੇ ਤੇਰੇ ਅੰਦਰ ਹੀ ਰੱਬ ਆ ਗਿਆ। ਉਹ ਕਹਿੰਦੇ ਚਲੋ ਏਦਾਂ ਗੱਲਾਂ ਬਾਤਾਂ ਉਹ ਕਰਦੇ ਰਹਿੰਦੇ ਸਨ ਤੇ ਅਚਾਨਕ ਨਾ ਉੱਥੇ ਇੱਕ ਚਾਹ ਵਾਲਾ ਵੀਰ ਚਾਹ ਦੀ ਰੇਹੜੀ ਲਾਉਂਦਾ ਸੀ ਉੱਥੇ। ਉਹ ਕਿਤੇ ਸਰਕਾਰੀ ਸਿਲਸਿਲੇ 'ਚੋਂ ਜਿੱਥੇ ਰੇਹੜੀ ਲੱਗਦੀ ਸੀ ਉਹ ਨਹੀਂ ਉੱਥੇ ਸਿਲਸਿਲਾ ਬਣਦਾ ਹੋਣਾ, ਉਹ ਸ਼ਹਿਰ ਦੀ ਕਮੇਟੀ ਨੇ ਉਹਦੀ ਚਾਹ ਵਾਲੀ ਰੇਹੜੀ ਚੁਕਾਤੀ ਉੱਥੋਂ। ਉਹਨੂੰ ਕਹਿੰਦੇ ਵੀ ਤੂੰ ਇੱਥੇ ਰੇਹੜੀ ਨਹੀਂ ਲਾ ਸਕਦਾ। ਹੁਣ ਉਹ ਵੀਰ ਦਾ ਜਿਹੜਾ ਘਰ ਸੀ ਉਹ ਬਿਲਕੁਲ ਲਾਗੇ ਸੀ ਜਿੱਥੇ ਉਹ ਰੇਹੜੀ ਲਾਉਂਦਾ ਸੀ। ਉਹਨੇ ਜਦੋਂ ਉਹਨੂੰ ਵੇਖਿਆ, ਹੁਣ ਜਿਹੜਾ ਬੰਦਾ ਚਾਹ ਹੀ ਵੇਚ ਕੇ ਗੁਜ਼ਾਰਾ ਕਰਦਾ ਹੋਵੇ, ਉਹਦਾ ਸਾਰਾ ਦਿਨ 'ਚ ਗੁਜ਼ਾਰਾ ਹੀ ਇਹਦੇ ਨਾਲ ਹੋਵੇ, ਤੇ ਉਹਦੀ ਚਾਹ ਦੀ ਰੇਹੜੀ ਕੋਈ ਚੁਕਾ ਦੇ ਤੇ ਸਮਝ ਲਓ ਉਹਦਾ ਤਾਂ ਸਾਰਾ ਕੁਝ ਉੱਜੜ ਗਿਆ ਨਾ। ਤੇ ਉਹ ਕਹਿੰਦੇ ਇੱਕ ਦਿਨ ਨਾ ਉਹ ਦੁਖੀ ਜਿਹਾ ਬੈਠਾ ਜਦੋਂ ਉਹਦੀ ਰੇਹੜੀ ਚੁਕਾਤੀ ਤੇ ਮੈਂ ਕਹਿੰਦੇ ਜੋਬ ਤੋਂ ਆਇਆ ਤੇ ਮੈਂ ਉਹਨੂੰ ਵੇਖਿਆ, ਮੈਂ ਜਾ ਕੇ ਪੁੱਛਿਆ ਵੀ ਕੀ ਗੱਲ ਹੈ, ਪਰੇਸ਼ਾਨ ਕਿਉਂ ਹੋ ਤੁਸੀਂ? ਕਹਿੰਦੇ ਉਹਨੇ ਸਾਰੀ ਗੱਲ ਦੱਸੀ ਵੀ ਏਦਾਂ ਮੇਰੀ ਰੇਹੜੀ ਚੁਕਾਤੀ ਹੈ। ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਸਾਡੇ ਬੂਹੇ ਗਾੜੀ ਲਾ ਲਾ ਰੇਹੜੀ, ਸਾਡੇ ਘਰ ਦੇ ਲੱਖਾਂ ਦਾ ਘਰ ਬਣਾਇਆ ਤੇ ਚਾਹ ਵਾਲੇ ਨੂੰ ਕਹਿੰਦੇ ਸਾਡੇ ਬੂਹੇ ਗਾੜੀ ਰੇਹੜੀ ਲਾ ਲਾ। ਇੱਥੇ ਭਰਾ ਦੀ ਗੱਡੀ ਖਲੋ ਜਾਏ ਨਾ ਬੂਹੇ ਗਾੜੀ ਤੇ ਉਹਨੂੰ ਕਹਿੰਦੇ ਆਪਣੇ ਗਾੜੀ ਲਾ, ਇੱਥੇ ਨਹੀਂ, ਇਹਦਾ ਮਾੜਾ ਜਿਹਾ ਵੀ ਹਿੱਸਾ ਸਾਡੇ ਬੂਹੇ ਗਾੜੀ ਨਹੀਂ ਹੋਣਾ ਚਾਹੀਦਾ। ਸਿੱਖੀ ਨੂੰ ਸਮਝ ਕੇ ਤਾਂ ਵੇਖੋ, ਸਿੱਖੀ ਫੀਲ ਤਾਂ ਕਰਕੇ ਵੇਖੋ। ਤੇ ਜਿਹਨੇ ਫੀਲ ਕਰਨੀ ਉਹਦੇ ਵਾਸਤੇ ਜ਼ਰੂਰੀ ਨਹੀਂ ਉਹ ਸਿੱਖਾਂ ਦੇ ਘਰ ਜੰਮਿਆ ਹੋਵੇ। ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਬੂਹੇ ਗਾੜੀ ਲਾ ਲਾ। ਉਹ ਕਹਿੰਦੇ ਸਰਦਾਰ ਸਾਹਿਬ ਬੂਹੇ ਗਾੜੀ ਕਿਵੇਂ ਲਾ ਲਾਂ, ਕਿਉਂਕਿ ਮੈਨੂੰ ਤਾਂ ਮੜੀ ਦੀ ਝੋਪੜੀ ਵੀ ਪਾਉਣੀ ਪੈਣੀ ਹੈ, ਤੁਸੀਂ ਆਉਣਾ ਜਾਣਾ ਹੁੰਦਾ, ਅੰਦਰ ਬਾਹਰ ਨਿਕਲਣਾ ਹੁੰਦਾ, ਮੜਾ ਜਾ ਤੇ ਮੈਨੂੰ ਰੱਖਣਾ ਪਏਗਾ ਨਾ ਸਮਾਨ ਤੁਹਾਡਾ। ਉਹ ਕਹਿੰਦੇ ਤੈਨੂੰ ਇੱਕ ਨਿੱਕਾ ਜਿਹਾ ਕਮਰਾ ਆਪਣੇ ਬੂਹੇ 'ਚ ਹੀ ਲਾਗੇ ਬਣਾ ਦਿੰਦੇ ਆ, ਵੈਸੇ ਤਾਂ ਕਮਰਾ ਵੀ ਖਾਲੀ ਹੈਗਾ, ਫਿਰ ਵੀ ਜੇ ਤੈਨੂੰ ਲੱਗਦਾ ਆਪਣੇ ਘਰ ਦੇ ਬਾਹਰ ਇੱਥੇ ਮੈਂ ਥਾਂ ਬਣਾ ਦਿੰਦਾ, ਤੂੰ ਸਮਾਨ ਵੀ ਆਪਣਾ ਉੱਥੇ ਰੱਖ ਲਈ ਤੇ ਰੇਹੜੀ ਵੀ ਉਹਦੀ ਉੱਥੇ ਲਾ ਲਈ। ਕਹਿੰਦਾ ਉਹ ਭੁੱਬਾਂ ਮਾਰ ਮਾਰ ਕੇ ਵੀਰ ਰੋਇਆ ਵੀ ਰੱਬ ਹੋਰ ਕਿਤੇ ਵੱਖਰੇ ਲੱਭਣ ਜਾਣੇ ਹੁੰਦੇ ਨੇ, ਆਹੀ ਤੇ ਰੱਬ ਹੈ। ਜਿਹੜੀ ਸਰਕਾਰ ਦਾ ਫਰਜ਼ ਬਣਦਾ ਕਾਰੋਬਾਰ ਦੇਣਾ ਉਹਨਾਂ ਉਜਾੜਤਾ, ਤੇ ਜਿਨ੍ਹਾਂ ਦਾ ਕੋਈ ਫਰਜ਼ ਨਹੀਂ ਨਾ ਬਣਦਾ ਉਹਨੇ ਕਾਰੋਬਾਰ ਦੇਣ ਲਈ ਆਪਣਾ ਥਾਂ ਦੇ ਦਿੱਤਾ। ਹੋਰ ਰੱਬ ਕਿਤੇ ਵੱਖਰੇ ਧਰਤੀ ਤੋਂ ਉਤਰ ਕੇ ਨਹੀਂ ਆਉਂਦੇ, ਆਹੀ ਰੱਬ ਹੁੰਦੇ ਨੇ। ਤੇ ਸਮਝ ਕਿੱਥੋਂ ਆਉਂਦਾ? ਜਦੋਂ ਗੁਰੂ ਇਹੀ ਸੀ ਕਸੂਰ ਮੇਰੇ ਬਾਪੂ ਬਾਜਾਂ ਵਾਲੇ ਦਾ, ਜਿਹਦੀ ਉਸ ਵੇਲੇ ਦੀ ਹਕੂਮਤ ਦੁਸ਼ਮਣ ਹੋ ਗਈ। ਗਰੀਬ ਸਿੱਖਣ ਕੋ ਦਿਓ ਬਾਦਸ਼ਾਹੀ। ਜਿਹਨੇ ਕੰਮ ਦੇਣਾ ਸੀ ਉਜਾੜਿਆ, ਤੇ ਜਿਹਦਾ ਕੰਮ ਦੇਣਾ ਫਰਜ਼ ਕੋਈ ਨਹੀਂ ਸੀ ਬਣਦਾ ਉਹਨੇ ਆਪਣੇ ਬੂਹੇ ਗਾੜੀ ਕੰਮ ਦੇ ਦਿੱਤਾ। ਕੀਤਾ ਕੀ ਉਹਨਾਂ? ਕੁਛ ਵੀ ਨਹੀਂ। ਹਾਲਾਂਕਿ ਇਹ ਗੱਲ ਵੱਡੀ ਹੈ, ਇਹ ਸੌਖਾ ਨਹੀਂ ਕੰਮ ਹੈਗਾ। ਅਸੀਂ ਸਾਰੇ ਸੰਸਾਰਿਕ ਲੋਕ ਹਾਂ, ਸਾਨੂੰ ਪਤਾ ਤਾਂ ਐਵੇਂ ਥੋੜੀ ਬਾਣੀ 'ਚ ਲਿਖਿਆ ਸੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹਦਾ ਜੋੜ ਹੀ ਨਹੀਂ ਕੋਈ। ਜਿਹੜਾ ਸੰਸਾਰੀ ਬੰਦਾ ਉਹ ਤੇ ਆਪਣੇ ਬੂਹੇ ਗਾੜੀ ਚੀਜ਼ ਨਹੀਂ ਖਲੋਣ ਦਿੰਦਾ, ਤੇ ਜਿਹੜਾ ਭਗਤ ਬੰਦਾ ਉਹ ਕਹਿੰਦਾ ਕੋਈ ਗੱਲ ਨਹੀਂ, ਕੀ ਫਰਕ ਪੈਂਦਾ ਇਹਦੇ ਨਾਲ। ਐਵੇਂ ਭਗਤਾਂ 'ਚ ਨਾਂ ਥੋੜੀ ਭਗਤ ਪੂਰਨ ਸਿੰਘ ਦਾ ਆਉਂਦਾ ਹੈ। ਭਗਤ ਪੂਰਨ ਸਿੰਘ ਦਾ ਨਾਂ ਕਿਉਂ ਭਗਤਾਂ 'ਚ ਆਉਂਦਾ ਹੈ? ਕਦੀ ਜੀਵਨ ਸਟਾਈਲ ਪੜ੍ਹ ਕੇ ਵੇਖਿਓ ਭਗਤ ਪੂਰਨ ਸਿੰਘ ਦਾ, ਕਦੀ ਉਹਨਾਂ ਦੀ ਜ਼ਿੰਦਗੀ ਪੜ੍ਹ ਕੇ ਵੇਖਿਓ। ਕਿਹੜਾ ਦੁਖੀਆਂ ਦਾ ਕਾਰਜ ਹੈ ਜਿਹੜਾ ਭਗਤ ਪੂਰਨ ਸਿੰਘ ਨੇ ਆਪਣੇ ਹੱਥੀਂ ਨਹੀਂ ਕੀਤਾ। ਪਾਕਾਂ ਵਗਦੀਆਂ ਬੰਦਿਆਂ ਦੀਆਂ, ਖੂਨ ਨਾਲ ਨੁੱਚੜਦੇ ਬੰਦੇ ਆਪਣੀਆਂ ਬਾਹਾਂ ਤੇ ਚੁੱਕ ਚੁੱਕ ਕੇ ਉਹਨਾਂ ਦਾ ਇਲਾਜ ਕਰਦਾ ਰਿਹਾ ਭਗਤ ਪੂਰਨ ਸਿੰਘ। ਹਿੰਦੂ ਘਰਾਣੇ 'ਚ ਜੰਮਿਆ ਸੀ ਭਗਤ ਪੂਰਨ ਸਿੰਘ ਵੀ, ਸਿੱਖਾਂ ਦੇ ਘਰ ਨਹੀਂ ਜਨਮ ਹੋਇਆ ਉਹਦਾ। ਤੇ ਪਤਾ ਪ੍ਰਭਾਵਿਤ ਕਿਹੜੀ ਗੱਲ ਤੋਂ ਹੋਇਆ ਸੀ ਭਗਤ ਪੂਰਨ ਸਿੰਘ? ਭਗਤ ਪੂਰਨ ਸਿੰਘ ਪ੍ਰਭਾਵਿਤ ਹੋਇਆ ਸੀ, ਗੁਰਦੁਆਰੇ ਮੱਥਾ ਟੇਕਣ ਗਿਆ, ਭੁੱਖ ਲੱਗੀ ਸੀ, ਗਰੀਬ ਘਰਾਣਾ ਸੀ ਉਹਨਾਂ ਦਾ, ਭੁੱਖੇ ਸੀ, ਘਰ ਰੋਟੀ ਨਹੀਂ ਸੀ, ਤੇ ਧਾਰਮਿਕ ਥਾਵਾਂ ਤੇ ਚਲੇ ਗਏ। ਮੰਦਿਰ ਵਿੱਚ ਗਏ, ਮੰਦਿਰ ਵਾਲੇ ਨੇ ਕਿਹਾ ਵੀ ਇੱਥੇ ਸਾਰਿਆਂ ਲਈ ਰੋਟੀ ਨਹੀਂ ਹੁੰਦੀ, ਚੱਲ ਕੰਮ ਕਰ ਜਾ ਕੇ ਆਪਣਾ। ਕਿਸੇ ਹੋਰ ਧਾਰਮਿਕ ਥਾਂ ਤੇ ਗਿਆ, ਉਹਨਾਂ ਵੀ ਧੱਕੇ ਮਾਰ ਕੇ ਬਾਹਰ ਕੱਢਤਾ। ਕਹਿੰਦਾ ਇਹਨਾਂ ਚਿਰ ਨੂੰ ਮੇਰੀ ਮਾਂ ਇੱਕ ਗੁਰਦੁਆਰੇ ਲੈ ਗਈ ਮੈਨੂੰ। ਜਦੋਂ ਗੁਰਦੁਆਰੇ ਗਏ ਨਾ, ਕਹਿੰਦਾ ਹੈਰਾਨਗੀ ਹੋਈ, ਗੁਰਦੁਆਰੇ ਜਿਹੜਾ ਭਾਈ ਖਲੋਤਾ ਸੀ ਨਾ, ਉਹਨੇ ਹੱਥ ਜੋੜ ਕੇ ਕਿਹਾ ਪਹਿਲਾਂ ਪ੍ਰਸ਼ਾਦਾ ਛਕੋ, ਮੱਥਾ ਫਿਰ ਟੇਕਿਓ। ਕਹਿੰਦਾ ਮੈਂ ਹੈਰਾਨ ਹੋਇਆ ਵੀ ਯਾਰ ਆਹ ਵੀ ਬੰਦੇ ਹੈਗੇ ਨੇ ਦੁਨੀਆ ਤੇ।
ਕਹਿੰਦਾ ਜਦੋਂ ਅਸੀਂ ਲੰਗਰ 'ਚ ਗਏ ਨਾ, ਉਹਦੇ ਤੋਂ ਵੱਧ ਹੈਰਾਨਗੀ ਉੱਥੇ ਜਾ ਕੇ ਹੋਈ। ਮੈਂ ਭਾਂਡੇ ਚੁੱਕਣ ਲੱਗਾ, ਇੱਕ ਸੱਜਣ ਆਣ ਕੇ ਕਹਿੰਦਾ ਬੈਠੋ, ਭਾਂਡੇ ਉੱਥੇ ਹੀ ਦੇ ਦਿੰਦੇ ਆ ਤੁਹਾਨੂੰ। ਮੈਂ ਪੰਗਤ 'ਚ ਬੈਠਾ, ਇੱਕ ਭਾਂਡੇ ਲੈ ਕੇ ਆਇਆ, ਇੱਕ ਪ੍ਰਸ਼ਾਦੇ ਲੈ ਕੇ ਆਇਆ, ਪ੍ਰਸ਼ਾਦਾ ਛਕ ਲਿਆ, ਜੂਠੇ ਭਾਂਡੇ ਚੁੱਕਣ ਲੱਗਾ, ਪਤਾ ਨਹੀਂ ਕਿਧਰੋਂ ਇੱਕ ਸੇਵਾਦਾਰ ਆ ਗਿਆ, ਕਹਿੰਦਾ ਭਾਂਡੇ ਮੈਨੂੰ ਦੇ ਦਿਓ ਜੀ, ਤੁਸੀਂ ਜਾਓ। ਕਹਿੰਦਾ ਮੈਂ ਹੈਰਾਨ ਹੋਇਆ ਵੀ ਹੋਰ ਰੱਬ ਕੀ ਹੁੰਦਾ, ਹੋਰ ਰੱਬ ਕਿਹਨੂੰ ਕਹਿੰਦੇ ਨੇ। ਤੇ ਇਹ ਪੈਦਾਇਸ਼ ਕਾਹਦੀ ਹੈ ਭਲਾ? ਇਹਦੇ ਲਈ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਸਨ। ਇਨ ਗਰੀਬ ਸਿੱਖਣ ਕੋ ਦਿਓ ਬਾਦਸ਼ਾਹੀ। ਐਵੇਂ ਥੋੜੀ ਅੱਲਾ ਯਾਰ ਖਾਂ ਜੋਗੀ ਨੇ ਕਲਗੀਆਂ ਵਾਲੇ ਦੀ ਗੱਲ ਕਰਨੀ ਹੋਵੇ ਤੇ ਅੱਲਾ ਯਾਰ ਖਾਂ ਜੋਗੀ ਦਾ ਜ਼ਿਕਰ ਨਾ ਹੋਵੇ, ਹੋ ਨਹੀਂ ਸਕਦਾ। ਅੱਲਾ ਯਾਰ ਖਾਂ ਜੋਗੀ ਕਹਿੰਦਾ ਕਰਤਾਰ ਕੀ ਸੌਗੰਧ ਗੁਰੂ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ वो कम है। करे इंसाफ जमाना तो यकी है, जे जमाना इंसाफ करे तो ये गल यकीनी है, गुरु गोबिंद का सानी ही नहीं है। कोई मुकाबला नहीं कलगियां वाले दा किसे नाल। ਕਿਹੜਾ ਦੁਨੀਆ ਦਾ ਪਿਓ ਹੈ ਜਿਹਨੇ ਆਪਣੇ ਪੁੱਤ ਕਿਸੇ ਆਪਣੇ ਸੇਵਕਾਂ ਨੂੰ ਸੁੱਖ ਦੇਣ ਲਈ ਵਾਰੇ ਹੋਣ। ਅਸੀਂ ਦੁਨੀਆ ਦਾ ਇਤਿਹਾਸ ਪੜ੍ਹਿਆ, 13 ਪੁੱਤ 14ਵੀਂ ਧੀ ਜਿਹਦੇ ਘਰ ਜਨਮ ਲਿਆ, ਉਹਨੇ ਆਪਣੇ ਆਪ ਨੂੰ ਲੋਕਾਂ ਦੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ। ਉਹ ਕਹਿੰਦਾ ਕਲਗੀਆਂ ਵਾਲੇ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੋ ਸਕਦਾ। ਉਹ ਤੇ ਜੇ ਕਹੋਗੇ ਨਾ ਇਮਾਨਦਾਰੀ ਨਾਲ ਤੇ ਕਹਿਣਾ ਪੈਣਾ ਕਲਗੀਆਂ ਵਾਲੇ ਦਾ ਕੋਈ ਸਾਨੀ ਨਹੀਂ ਹੈ। ਤੇ ਜੇ ਸੱਜਣ ਚੁਣਨਾ ਹੋਇਆ ਤੇ ਜ਼ਿੰਦਗੀ 'ਚ ਕਲਗੀਆਂ ਵਾਲਾ ਚੁਣਿਓ। ਜੇ ਗੁਰੂ ਚੁਣਨਾ ਹੋਇਆ ਤੇ ਇਸ ਕਰਕੇ ਨਹੀਂ ਮੈਂ ਇੱਕ ਸਿੱਖ ਪ੍ਰਚਾਰਕ ਹਾਂ ਤਾਂ ਕਹਿ ਰਿਹਾ ਕਲਗੀਆਂ ਵਾਲੇ ਨੂੰ ਚੁਣਿਓ। ਮੈਂ ਤਾਂ ਕਹਿ ਰਿਹਾ ਸਿਰਫ ਕਲਗੀਆਂ ਵਾਲੇ ਦਾ ਘਰ ਹੀ ਹੈ ਜਿਹੜਾ ਦੁਸ਼ਮਣ ਧਰਤੀ ਤੇ ਡਿੱਗ ਰਿਹਾ ਹੋਵੇ ਤੇ ਭਾਈ ਕਨਈਏ ਦੇ ਮੋਢੇ ਤੇ ਮਸਕ ਪਾ ਕੇ ਕਹਿੰਦਾ ਮੂੰਹ 'ਚ ਪਾਣੀ ਦਾ ਘੁੱਟ ਪਾ। ਸਰ ਹੈਨਰੀ ਡੁਨਾਰਡ ਨਾਂ ਦਾ ਵਿਅਕਤੀ ਜਿਹਨੇ ਰੈੱਡ ਕਰਾਸ ਨਾਂ ਦੀ ਸੰਸਥਾ ਸਵਿਟਜ਼ਰਲੈਂਡ ਵਿੱਚ ਸ਼ੁਰੂ ਕੀਤੀ ਸੀ ਅੱਜ ਤੋਂ ਲਗਭਗ 210 ਸਾਲ ਪਹਿਲਾਂ। ਸਰ ਹੈਨਰੀ ਡੁਨਾਰਡ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਸੀ। ਅੱਜ ਤੁਸੀਂ ਗੱਡੀ ਲੈਨੇ ਹੋ ਜਾਂ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਤੁਸੀਂ ਰੈੱਡ ਕਰਾਸ ਨਾਮ ਸੁਣਦੇ ਹੋ ਹਰ ਥਾਂ ਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਰੈੱਡ ਕਰਾਸ ਕੀ ਹੁੰਦੀ ਹੈ। ਸੰਸਥਾ ਦਾ ਨਾਮ ਪੂਰੀ ਦੁਨੀਆ 'ਚ ਹੈ। ਇਹਦਾ ਜਨਮਦਾਤਾ ਸਵਿਟਜ਼ਰਲੈਂਡ ਦਾ ਸੀ ਅੱਜ ਤੋਂ 200 ਸਾਲ ਪਹਿਲਾਂ। ਪਰ ਅਗਲਿਆਂ ਦੀ ਇਮਾਨਦਾਰੀ ਹੈ ਆਪਣੇ ਇਤਿਹਾਸ ਨਾਲ। ਉਹਨਾਂ ਨੇ 210 ਸਾਲ ਪਹਿਲਾਂ ਵਾਲੀ ਗੱਲ ਜਿਹੜੀ ਸਰ ਹੈਨਰੀ ਡੁਨਾਰਡ ਨੇ ਸ਼ੁਰੂ ਕੀਤੀ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾਤੀ। ਪਰ ਇਹਦੇ ਤੋਂ ਵੀ 100 ਸਾਲ ਪਹਿਲਾਂ ਰੈੱਡ ਕਰਾਸ ਵਾਲੀ ਗੱਲ ਆਨੰਦਪੁਰ ਦੀ ਧਰਤੀ ਤੋਂ ਭਾਈ ਕਨਈਆ ਜੀ ਨੇ ਸ਼ੁਰੂ ਕੀਤੀ ਸੀ। ਪਰ ਅਸੀਂ ਨਹੀਂ ਦੱਸ ਸਕੇ ਆਪਣੀਆਂ ਪੀੜ੍ਹੀਆਂ ਨੂੰ। ਅਸੀਂ ਨਹੀਂ ਆਪਣੇ ਬੱਚਿਆਂ 'ਚ ਨਾਂ ਲੈ ਸਕੇ ਵੀ ਭਾਈ ਕਨਈਆ ਕੌਣ ਹੈ। ਤੇ ਭਾਈ ਕਨਈਆ ਜੀ ਜਦੋਂ ਏਦਾਂ ਮੂੰਹ 'ਚ ਪਾਣੀ ਪਿਆਉਂਦੇ ਨੇ, ਬਚਾਉਂਦੇ ਨੇ ਕਈਆਂ ਨੂੰ, ਉਹਨਾਂ ਦਾ ਹੱਥ ਏਦਾਂ ਮੂੰਹ ਚੁੱਕਦੇ ਨੇ, ਆਪਣੀ ਬਾਂਹ ਤੇ ਰੱਖਦੇ ਨੇ, ਨਾਲ ਪਾਣੀ ਪਿਆਉਂਦੇ ਨੇ ਤੇ ਨਾਲ ਉਹਨੂੰ ਫਿਰ ਖੜਾ ਕਰਕੇ ਵਹਾ ਦਿੰਦੇ ਨੇ। ਤੇ ਕੁਝ ਸਿੱਖਾਂ ਨੂੰ ਏਦਾਂ ਸ਼ਿਕਵਾ ਹੋਇਆ ਵੀ ਅਸੀਂ ਇੰਨੀ ਮੁਸ਼ਕਲ ਨਾਲ ਦੁਸ਼ਮਣ ਧਰਤੀ ਤੇ ਸੁੱਟਦੇ ਹਾਂ, ਕਲਗੀਆਂ ਵਾਲੇ ਬਾਪੂ ਇਹ ਤੇਰਾ ਸਿੱਖ ਫਿਰ ਉਹਨਾਂ ਨੂੰ ਜਿਉਂਦਿਆਂ ਕਰਕੇ ਸਾਡੇ ਨਾਲ ਲੜਨ ਲਈ ਤਿਆਰ ਕਰ ਦਿੰਦਾ। ਪੁੱਛੋ ਇਹਨੂੰ। ਮਹਾਰਾਜ ਨੇ ਭਾਈ ਕਨਈਆ ਜੀ ਨੂੰ ਪੁੱਛਿਆ, ਭਾਈ ਕਨਈਆ ਜੀ ਮੈਂ ਕਿਉਂ ਕਹਿ ਰਿਹਾ ਸੱਜਣ ਚੁਣਿਓ ਤੇ ਬਾਬੇ ਨਾਨਕ ਦੀ ਇਸ 10ਵੀਂ ਜੋਤ ਨੂੰ ਚੁਣਿਓ? ਕਿਉਂ ਕਹਿ ਰਿਹਾ? ਕਿਉਂ ਕਰਦੇ ਹੋ ਤੁਸੀਂ ਏਦਾਂ? ਪਾਣੀ ਪਿਆ ਕੇ ਫਿਰ ਲੜਨ ਲਈ ਤਿਆਰ ਕਿਉਂ ਕਰਦੇ ਹੋ? ਤੇ ਭਾਈ ਕਨਈਆ ਜੀ ਨੇ ਹੱਥ ਜੋੜ ਕੇ ਕਿਹਾ ਕਲਗੀਆਂ ਵਾਲੇ ਬਾਪੂ ਮੈਂ ਜਦੋਂ ਕਿਸੇ ਦੇ ਮੂੰਹ ਵਿੱਚ ਪਾਣੀ ਦਾ ਘੁੱਟ ਪਾਉਣਾ ਨਾ ਉਹਨੂੰ ਲੜਨ ਲਈ ਤਿਆਰ ਨਹੀਂ ਕਰਦਾ। ਜਿਹੜਾ ਜ਼ੋਰ ਸਾਡੇ ਭਰਾਵਾਂ ਦਾ ਹਥਿਆਰ ਨਾਲ ਉਸ ਦੁਸ਼ਮਣ ਨੂੰ ਮਾਰਨ ਤੇ ਲੱਗਦਾ ਹੈ ਨਾ, ਮੈਂ ਪਾਣੀ ਦਾ ਘੁੱਟ ਪਿਆ ਕੇ ਅੰਦਰ ਦੀ ਦੁਸ਼ਮਣੀ ਮਾਰ ਦਿੰਦਾ ਉਹਦੀ। ਫਿਰ ਨਹੀਂ ਲੜਦਾ ਉਹ। ਤੇ ਗੁਰੂ ਸਾਹਿਬ ਜੀ ਨੇ ਕਿਹਾ ਆ ਚੁੱਕ ਨਾਲ ਦਵਾਈ ਤੇ ਮਲਮ ਪੱਟੀ ਵੀ ਕਰ ਦਿਆ ਕਰ, ਫਿਰ ਕੱਲਾ ਪਾਣੀ ਕਿਉਂ ਪਿਆਉਣਾ? ਐਸਾ ਹੈ ਸਾਡਾ ਕਲਗੀਆਂ ਵਾਲਾ ਬਾਪੂ। ਦੁਨੀਆ ਦੇ ਅੰਦਰ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਇੱਕ ਮੁਸਲਮਾਨ ਰਾਈਟਰ, ਉਹ ਕਹਿੰਦਾ ਜੇ ਤੁਸੀਂ ਇਨਸਾਫ ਕਰੋਗੇ ਤੇ ਤੁਹਾਨੂੰ ਕਹਿਣਾ ਪਏਗਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਨੀ ਦੁਨੀਆ 'ਚ ਕੋਈ ਨਹੀਂ ਹੈ। ਤੇ ਉਹ ਲਿਖਦਾ ਹੈ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਯਾਕੂਬ
ਰਹਿਬਰ ਹੋਇਆ ਜਿਹਦੇ 13 ਪੁੱਤ ਸਨ। 13ਵਾਂ ਪੁੱਤਰ ਸੀ ਯੂਸਫ ਤੇ 14ਵੀਂ ਧੀ ਸੀ ਉਹਦੀ। 12 ਬੱਚੇ ਕੋਲ ਸਨ ਤੇ 13ਵਾਂ ਬੱਚਾ ਵਿਛੜ ਗਿਆ ਯੂਸਫ। ਭੁੱਬਾਂ ਮਾਰ ਮਾਰ के याकूब रोया। याकूब को यूसुफ के बिछड़ने ने रुलाया। रुतबा ऋषियों का गुरु गोबिंद ने बढ़ाया। गुरु गोबिंद सिंह पातशाह जी का किसी नाल की मुकाबला है भला। कटवा के 4 शिश एक आंसू ना गिराया। ये इको ही है दुनिया च कलगियां वाला। 4 पुत वार के अखां च एक हंझू नहीं सुटिया। तुहानू की लगता है कलगियां वाले दे अंदर दिल नहीं धड़कदा होना? कलगियां वाले दे अंदर हार्ट नहीं है, उन्हां दा दिल नहीं धड़कदा होएगा औलाद लई कि वो फतेह सिंह, जोरावर सिंह, अजीत सिंह नूं प्यार नहीं करदे होणे? जिन्ना प्यार बाजां वाला सिखां नूं इन्ना करदा, पुत्तां नूं किन्ना करदा होणे? बहुत प्यार करदे सी वो। पर जदों गल धर्म दी आ जाए, जदों समाज नूं बचाउण दी गल आ जाए, जदों दुनिया दीयां इज्जतां पत्तां बचाउण दा मसला आ जाए, उस वेले फिर सौदा ऐ नहीं कीता जांदा भी असीं अपने बचा लईए। उदों ईमान बचाउणा हुंदा है, धर्म बचाउणा हुंदा है, बाकी उहदे बदले जो जांदा है जाण दिओ, फिर उहदी परवाह नहीं करी। और ये पहली बार नहीं सी होया। मैं कहना हुन्ना बड़ी बार 9 साल दे बापू ने अपने सिर दा बापू तोरिया। जिदण पुੱਤ सी उदण प्यो तोरिया, जिदण प्यो सी उदण पुੱਤ ਤੋਰੇ। ਲੱਭ ਕੇ ਤੇ ਦੱਸੋ ਦੁਨੀया च कोई इदां दा रहबर होवे तां। ਉਹ ਅੱਲਾ यार खां जोगी लिखदा, डंडक में फिरे राम तो सीता थी बगल में। कलगियां वाले पातशाह बारे वो कंपैरिजन करदा, मैं नहीं करदा, अल्लाह यार खां जोगी करदा। वो कहंदा डंडक, डंडक कहंदे ने जंगल नूं। डंडक में फिरे राम तो सीता थी बगल में। लक्ष्मण था बिरादर, बन राम को घर था। 14 साल का वनवास मिलिया सी, नाल भरा सी, नाल पत्नी सी, तो जंगल घर सी। कहंदे जे बाकी गल करदे हो, बाकी है कन्हैया नहीं उनका पिसर था। कुरुक्षेत्र दे मैदान विच मावां दे पुੱਤ जरूर शहीद होए, चढ़ाई कीती, कतल होए, पर कृष्ण भगवान ने अपना पुੱਤ नहीं ना तोरिया कोई। बाकी है कन्हैया नहीं उनका पिसर था। गुरु गोबिंद का तो रुतबा ही दिगर था। गुरु गोबिंद का रुतबा किसी नाल किवें कंपैरिजन हो सकता है? कटवा के 4 शिश एक आंसू ना गिराया। 4 पुੱਤ वार के एक हंझू नहीं अख विचों लियांदा। ते तुहानू की लगदा है कलगियां वाले दे अंदर दिल नहीं सी? बहुत वड्डा दिल सी, पर दिल धड़कदा सी मानवता दे भले वास्ते, टब्बर लई सी नहीं धड़कदा। जे साहिबजादियां ते सिखां विच गुरु साहब फर्क पा दिंदे ना, फिर ये गल कही नहीं सी जा सकदी, पंथ वसे में उजड़ा मन चाओ कनेरा। ये तां ही कही जा सकती है जदों कोई अपना आप निशावर कर दिंदा हो। ते तुसीं करके वेखो निशावर, लोग पलकां विछाउंदे ने तुहाडे गाड़ी। असीं परसों दिल्ली तो आए सां। जदों तुसीं कुछ करदे हो ना, किसानी संघर्ष चलदा सी, पंजाब मोहरी दस्ता बन के उहदे च विचर रिहा सी। परसों असीं दिल्ली ਤੋਂ वापस मुड़ रहे सां। असीं ना एक मैडिकल स्टोर ते रोक के दवाई लैनी सी, ते असीं दवाई लैके ना उहनूं कहा भी पैसे, उन्हें हाथ जोड़ के, हरियाणे का वीर से हाथ जोड़ के कहता तुहाडे तो पैसे नहीं लैणे। मैं उन्होंने कहा इस मुल चीज़ है, कहता जो कुछ तुसीं 1 साल रह के सानू दे चले हो ना, शायद साडियां पुश्तां लग जाणगियां तुहाडा कर्जा लाउंदे आ। सानू नहीं चाहिए पैसे। बदलदा है जे तुसीं कुछ करदे हो ना, तो बहुत कुछ बदलदा। ये गल वखरी है भी उहदे लई तुसीं मेहनत कर सकदे आ कि नहीं कर सकदे, उस सारे सिलसिले नूं संभाल सकदे आ कि नहीं। कलगियां वाले ने जे कहा तो लिखिया भी दुनिया के लोगों ने। गुरु साहब जी के बच्चे, गुरु साहब जी का परिवार, जिन्होंने असीं बह के अज याद कर रहे हैं, जिन्होंने असीं अज गुरु की गोद में बह के वो सारी कड़ी नूं, उस इतिहास नूं चेते कर रहे हैं। उस साहिबजादियां दी गाथा जरूर अपने दिलों में, अपने इस धड़कन दे नाल, अंदरों फील नाल समझो इन्हां सारियां चीज़ां नूं। मैं कल कहा सी ये इतिहास का वर्का नहीं है, ये साडे घर दी कहानी है, साडे दादियां पड़दादियां दे किस्से ने। इन्हां नूं बह के ध्यान नाल जरूर समझिओ। गरीब निवास सच्चे पातशाह जी दी बाबे दी बाणी दे इन्हां बोलां नूं, इतिहास नूं जे वाचन बैठदे आ तां इन्हां नूं जरूर ध्यान नाल वेखिओ। साहिब सच्चे पातशाह जी ने यह गल्लां साडी झोली विच पाईयां और साडे विच एक क्वालिटी पाई।
ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਦਾ ਕੋਈ ਮੁਕਾਬਲਾ ਨਹੀਂ। ਕਿਉਂ ਲਿਖਿਆ ਉਹਨੇ? ਚਮਕੌਰ ਦੀ ਗੜੀ ਵਿੱਚ ਪਰਿਵਾਰ 3 ਹਿੱਸਿਆਂ 'ਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦਿਆਂ ਦੀ ਗੱਲ ਜਦੋਂ ਅਸੀਂ ਕਰਦੇ ਆ, ਵੱਡੇ ਸਾਹਿਬਜ਼ਾਦੇ ਤੇ ਗੁਰੂ ਸਾਹਿਬ ਜੀ ਆਪ ਚਮਕੌਰ ਦੀ ਗੜੀ ਵਿੱਚ ਆਉਣ ਵਾਲੇ ਦਿਨਾਂ 'ਚ ਜਿਹੜਾ ਤੁਸੀਂ ਸ਼ਹਾਦਤ ਜਿਨ੍ਹਾਂ ਨੂੰ ਯਾਦ ਕਰ ਰਹੇ ਹੋ, ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚੇ। ਚਮਕੌਰ ਦੀ ਗੜੀ ਬੁੱਧੀ ਚੰਦ ਰਾਵਤ ਦੀ ਕੱਚੀ ਹਵੇਲੀ ਸੀ। ਬੁੱਧੀ ਚੰਦ ਰਾਵਤ ਦਾ ਕੱਚਾ ਜਿਹਾ ਘਰ ਹੈ ਜਿਹੜਾ ਉਸ ਵੇਲੇ ਉਹਨਾਂ ਨੇ ਚੁਣਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ 'ਚ ਗਏ ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਰਾਤ ਦੇ 12 ਕੁ ਵਜੇ ਨਾ ਤੇ ਗੁਰੂ ਸਾਹਿਬ ਉੱਠ ਕੇ ਟਹਿਲਣ ਲੱਗ ਪਏ। ਸਿੱਖ ਸੁੱਤੇ ਨੇ, ਪਰਨੇ ਲੱਥੇ ਨੇ, ਕਈਆਂ ਦੇ ਵਾਲ ਖਿਲਰੇ ਨੇ ਤੇ ਗੁਰੂ ਸਾਹਿਬ ਕੱਲੇ ਕੱਲੇ ਦੇ ਜਾ ਕੇ ਏਦਾਂ ਵਾਲ ਸੰਭਾਲਦੇ ਨੇ ਤੇ ਵਾਲਾਂ ਦੇ ਉੱਤੇ ਪਰਨਾ ਬੰਨ੍ਹਦੇ ਨੇ ਤੇ ਕਿਤੇ ਕਿਤੇ ਜਾ ਕੇ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦਾ ਮੱਥਾ ਚੁੰਮਦੇ ਨੇ, ਕਿਤੇ ਕਿਤੇ ਆਪਣੇ ਉਹਨਾਂ ਸਿੱਖਾਂ ਦੇ ਪੈਰ ਚੁੰਮਦੇ ਨੇ। ਅੱਲਾ ਯਾਰ ਖਾਂ ਜੋਗੀ ਕਹਿੰਦਾ ਕਦੀ ਗਲ ਚੁੰਮਦੇ ਨੇ, ਕਦੀ ਪੈਰ ਚੁੰਮਦੇ ਨੇ ਤੇ ਸ਼ੁਕਰ ਕਰਦੇ ਨੇ ਉਸ ਅੱਲਾ ਤਾਲਾ ਦਾ। ਇਹ ਉਹ ਥਾਂ ਹੈ ਜਿੱਥੇ ਮੈਂ ਕੱਲ ਆਪਣਾ ਪਰਿਵਾਰ ਵਾਰ ਕੇ ਸੁਰਖਰੂ ਹੋਣਾ। ਇਹ ਉਹ ਥਾਂ ਜਿੱਥੇ ਮੈਂ ਪਹੁੰਚ ਗਿਆ। ਇੱਥੇ ਅੱਜ ਇਸ ਥਾਂ ਤੇ ਬੜਾ ਵੱਡਾ ਇੱਕ ਇਤਿਹਾਸ ਦਾ ਦਿਨ ਚੁਣਿਆ ਜਾਣਾ। ਖੈਰ ਸਮਾਂ ਨਹੀਂ। ਸਾਹਿਬਜ਼ਾਦਿਆਂ ਦੀ ਇਸ ਵਾਰਤਾ ਨੇ, ਇਸ ਤਰ੍ਹਾਂ ਦੇ ਕਹਾਣੀਆਂ ਨੂੰ ਜਦੋਂ ਤੁਸੀਂ ਆਪਣੇ ਧਿਆਨ ਨਾਲ ਸਮਝਣਾ ਹੈ ਤਾਂ ਤੁਹਾਨੂੰ ਸਮਝ ਲੱਗੂਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਲਾਡ ਲਡਾਇਆ, ਪਿਆਰ ਕੀਤਾ, ਮੱਥਾ ਚੁੰਮਿਆ, ਪੈਰ ਚੁੰਮੇ। ਦਿਨ ਚੜ੍ਹਿਆ, ਮੈਦਾਨੇ ਜੰਗ ਵਿੱਚ ਜੰਗ ਭਖੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 2 ਜਥੇ ਤੋਰੇ। ਤੀਜੇ ਜਥੇ ਨੇ ਜਾਣਾ ਸੀ। ਉਸ ਵੇਲੇ ਅਜੀਤ ਸਿੰਘ ਦੋਵੇਂ ਹੱਥ ਜੋੜ ਕੇ ਕਲਗੀਆਂ ਵਾਲੇ ਦੇ ਸਾਹਮਣੇ ਖਾਣ ਖਲੋਤਾ। ਬਾਪੂ ਬਾਣੀ ਦੇ ਅੰਦਰ ਪੜ੍ਹਾਇਆ ਤੁਸੀਂ ਸਾਨੂੰ, ਇਹ ਗੁਰ ਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਲਗੀਆਂ ਵਾਲੇ ਬਾਪੂ ਜੇ 2 ਜਥੇ ਸਿੱਖਾਂ ਦੇ ਤੋਰੇ ਨੇ ਤੇ ਤੀਜਾ ਜਥਾ ਤੇਰੇ ਪੁੱਤ ਦਾ ਜਾਣਾ ਚਾਹੀਦਾ। ਮੈਂ ਮੈਦਾਨੇ ਜੰਗ 'ਚ ਜਾਣਾ ਚਾਹੁੰਦਾ। ਕਲਗੀਆਂ ਵਾਲੇ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਅਜੀਤ ਸਿੰਘ ਨੂੰ ਕਿਹਾ, ਅਜੀਤ ਸਿਆਂ ਮੇਰਾ ਮਾਣ ਨਾਲ ਸੀਨਾ ਚੌੜਾ ਕਰਤਾ। ਜੇ ਆਵਾਜ਼ ਮਾਰ ਕੇ ਬੁਲਾਉਂਦਾ ਤੇ ਇਤਿਹਾਸ ਵਿੱਚ ਇਹ ਲਿਖਿਆ ਜਾਣਾ ਸੀ ਗੁਰੂ ਕੋਲ ਸਿੱਖ ਨਹੀਂ ਸੀ, ਮਜਬੂਰੀ ਨੂੰ ਪੁੱਤ ਤੋਰਿਆ। ਪਰ ਤੂੰ ਆਪ ਆਣ ਕੇ ਗੱਲ ਕਹਿ ਕੇ ਮੇਰਾ ਸੀਨਾ ਚੌੜਾ ਕਰਤਾ। ਹੁਣ ਇਤਿਹਾਸ ਵਿੱਚ ਇਹ ਨਹੀਂ ਲਿਖਿਆ ਜਾਏਗਾ ਵੀ ਸਿੱਖ ਨਹੀਂ ਸੀ ਤਾਂ ਤੋਰਿਆ, ਇਹ ਲਿਖਿਆ ਜਾਏਗਾ ਅਜੀਤ ਸਿੰਘ ਆਪ ਮੈਦਾਨੇ ਜੰਗ ਵਿੱਚ ਗਿਆ ਸੀ। ਤਿਆਰ ਕਰਕੇ ਮੈਦਾਨੇ ਜੰਗ ਵੱਲ ਤੋਰਿਆ। ਗੁਰੂ ਸਾਹਿਬ ਜੀ ਉੱਚੀ ਗੁੰਮਟੀ ਤੇ ਚੜ੍ਹ ਕੇ ਆਪਣੇ ਪੁੱਤ ਨੂੰ ਮੈਦਾਨੇ ਜੰਗ ਵਿੱਚ ਜੌਹਰ ਵਿਖਾਉਂਦਿਆਂ ਵੇਂਦੇ ਨੇ। ਇਤਿਹਾਸ ਲਿਖਦਾ ਹੈ ਅਜੀਤ ਸਿੰਘ ਦਾ ਸਰੀਰ ਦਾ ਕੋਈ ਥਾਂ ਨਹੀਂ ਸੀ ਜਿੱਥੇ ਤੀਰ ਨਾ ਵੱਜੇ ਹੋਣ ਤੇ ਜਿੱਥੇ ਫੱਟ ਨਾ ਵੱਜੇ ਹੋਣ। ਸਾਰਾ ਸਰੀਰ ਲਹੂ ਨਾਲ ਭਿੱਜ ਗਿਆ। ਅਖੀਰ ਲੜਦਾ ਲੜਦਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜਦੋਂ ਧਰਤੀ ਤੇ ਡਿੱਗਿਆ, ਕਲਗੀਆਂ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ। ਉੱਚੀ ਸੁਰ ਵਿੱਚ ਜਕਾਰਾ ਛੱਡਿਆ ਮੇਰੇ ਬਾਪੂ ਨੇ। ਇਹ ਬਾਪ ਹੀ ਜਾਣਦਾ ਪੁੱਤ ਧਰਤੀ ਤੇ ਡਿੱਗੇ ਤੇ ਜਕਾਰਾ ਛੱਡਣਾ ਕਿੰਨਾ ਕੁ ਸੌਖਾ ਹੁੰਦਾ। ਸਾਡੇ ਬੱਚੇ ਬਿਮਾਰ ਹੋਣ, ਮਾਂ ਨੂੰ ਰੋਟੀ ਨਹੀਂ ਲੰਘਦੀ, ਪਿਓ ਨੂੰ ਰੋਟੀ ਨਹੀਂ ਲੱਗਦੀ। ਪੁੱਤ ਬਿਮਾਰ ਹੋਵੇ, ਬਾਪ ਦੀ ਹਾਲਤ ਵੇਖੀ ਜਾ ਸਕਦੀ ਹੈ। ਅਜੇ ਕੁਛ ਨਹੀਂ ਹੋਇਆ, ਬਿਮਾਰ ਹੈ, 2-4 ਦਿਨਾਂ ਬਾਅਦ ਆ ਜਾਣਾ, ਕੋਈ ਸਮੱਸਿਆ ਨਹੀਂ ਹੈ। ਤੇ ਇੱਕ ਬੰਨੇ ਦਿਸਦਾ ਲਾਸ਼ ਬਣ ਕੇ ਪੁੱਤ ਧਰਤੀ ਤੇ ਡਿੱਗ ਪਿਆ ਤੇ ਕਲਗੀਆਂ ਵਾਲਾ ਜਕਾਰੇ ਛੱਡਦਾ ਕਿਉਂਕਿ ਉਹ ਕਿਸੇ ਕੌਮ ਦੀ ਅਗਵਾਈ ਕਰਦਾ। ਉਹ ਕਿਸੇ ਵੱਡੇ ਵਿਜ਼ਨ ਨੂੰ ਲੈ ਕੇ ਸੱਚੇ ਪਾਤਸ਼ਾਹ ਜੀ ਚੱਲੇ ਨੇ। ਮੈਂ ਤਾਂ ਕਿਹਾ ਸੀ ਸੱਜਣ ਦੀ ਚੋਣ ਕਰਨ ਲੱਗਿਆ ਬੜੀ ਬਰੀਕੀ ਨਾਲ ਕਰਿਓ। ਜਦੋਂ ਵੱਡਾ ਪੁੱਤ ਸ਼ਹਾਦਤ ਦਾ ਜਾਮ ਪੀ ਗਿਆ, ਅੱਲਾ यार खां जोगी ने लिखिया बेटे को मिली शहादत देखा जो पिदर ने, प्यो ने वेख्या। उस वक्त कहा नन्हे से मासूम पिसर ने, पिसर कहते ने पुत नूं, वड्डा भरा शहादत दा जाम पी गया। बापू वेख रहा है, छोटा पुत अखां दे सामने आण खलोता। उस वक्त कहा नन्हे से मासूम पिसर ने, रुखसत हमें दिलाओ पिता जाएंगे मरने। बापू दे आ गया मैनू भरा नाल, मैनू भी तोर दे। आनंदपुर दे मैदान विच तूं वितकरा नहीं कीता। जे एक गोडे ते अजीत नूं बिठाया ते दूजे ते जुझार बिठाया
ਤੇ ਜੇ ਅੱਜ ਮੌਤ ਦੀ ਸੇਜ ਤੇ ਮੇਰਾ ਵੱਡਾ ਭਰਾ ਜਾ ਬੈਠਾ ਤੇ ਕਿਤੇ ਐ ਨਾ ਕਰੀ ਵੀ ਦੂਜੇ ਪੁੱਤ ਨੂੰ ਨਾ ਤੋਰੇ। ਕੈਸਾ ਇਤਿਹਾਸ ਹੈ ਸਾਡਾ। ਅਸੀਂ ਫਿਲਮੀ ਐਕਟਰਾਂ ਤੋਂ ਪ੍ਰਭਾਵਿਤ ਹੋਣ ਲੱਗ ਪਏ। ਅਸੀਂ ਗਾਉਣ ਵਾਲਿਆਂ ਨੂੰ ਰੋਲ ਮਾਡਲ ਬਣਾ ਲਿਆ। ਸਾਡੀ ਜਨਰੇਸ਼ਨ ਸਾਡੀਆਂ ਪਨੀਰੀਆਂ ਹੀਰੋ ਕਿਹਨੂੰ ਮੰਨਣ ਲੱਗ ਪਈਆਂ। ਆਹ ਨੇ ਸਾਡੀ ਕੌਮ ਦੇ ਅਸਲੀ ਹੀਰੋ। ਕਰਾਓ ਕਿਤੇ ਦੀਦਾਰ ਇਹਨਾਂ ਕੌਮ ਦੇ ਹੀਰੋਆਂ ਦੇ। ਇਹ ਕਿੱਸੇ ਪੜ੍ਹਾਓ ਕਿਤੇ ਆਪਣੀ ਪਨੀਰੀ ਨੂੰ, ਆਪਣੀ ਜਨਰੇਸ਼ਨ ਨੂੰ। ਤੇ ਜਦੋਂ ਛੋਟੇ ਪੁੱਤ ਨੇ ਆਗਿਆ ਮੰਗੀ ਤੇ ਪਤਾ ਉਹ ਕੀ ਕਹਿੰਦਾ ਹੈ, रुखसत हमें दिलाओ पिता जाएंगे मरने, भाई से बिछड़ कर जीना नहीं आता, खाना नहीं पीना नहीं सोना नहीं भाता। मेरे बापूआ जे मैनू तू अपने भरा नालों जुदा कर लिया तो रोटी का टोक अज तो बाद मेरे गले तो थले नहीं उतरना। कलगियां वाले ने तैयार किया, उस पुत नू लाड लडाए ते महाराज ने आप मैदाने जंग में चला यार खां जोगी कहंदा है, नन्नी सी कमर पे तनपाक हथियार सजा दूं। आ मेरे बच्चे तेरी निकी जी कमर ते मैं हथियार सजा दा। 14 साल की उम्र की होनी है। असी 14 साल के बच्चों नूं कल्ले बाजार किलो खंड लैण नहीं भेजदे। किस गुरु दे शिष्य आ असी, किस गुरु दे चेले आ। क्यों मैं कहना कलगियां वाला सज्जण चाहिदा पूरी दुनिया दा। क्यों ये सज्जण नहीं लभ्या असी, क्योंकि उन्हें एक करके विखाए। 14 साल का पुत मैदाने जंग च तोरिया, उस थां ते खलो के फिर वेख्या जिथे अजीत नूं डिगदियां वेख्या सी। ते जुझार सिंह जांदा जांदा कहंदा, बापू खड़ के वेखी जरूर, वड्डे भरा नालों 4 वध धरती ते सुट के शहादत दा जाम पीआंगा, पहला नहीं डिगदा। ते सेम दोबारा किस्सा इंज ही वापरिया। पुत डिग्गा, बापू ने फिर जकारे छड्डे। 2 पुत शहीद हो गए, सिख शहीद हो गए, गिणती दे सिख बचे। दया सिंह ने पल्लू पा के कलगियां वाले दे चरनां च हथ जोड़ के बेनती की, चमकौर दी गड़ी छड़ देनी चाहिए है। कलगियां वाले मुस्कुराए, कहंदे जाना तो प्यारे सिख वार के, पुत वार के चमकौर दी गड़ी छड़ दियां। ये नहीं हो सकता। मैदाने जंग जिथे मेरे पुत्तां दे 2 जथे गए ने, जिथे मेरे सिखां दे 2 जथे गए ने, उत्थे एक जथा मेरा भी जाएगा। दया सिंह हथ जोड़ के कहंदे, बापू असी करदे हां बेनती, तुसी गुरु हो ते असी सिख हां। जे तुसी चमकौर दी गढ़ी विचों बाहर चले गए तो साडे वर्गे हज़ारां होर तैयार हो सकते हैं, क्योंकि घुमियार लई भांडे तैयार करने औखे नहीं, पर भांडे रल के घुमियार नहीं तैयार कर सकते। असी भांडे आ, बापू तू घुमियार है। छड़ दे चमकौर दी गढ़ी, साडे वर्गे हज़ारां तैयार कर देंगा। जंग बड़ी लंबी है, अजे किस्से मुके नहीं। ਜਿਹੜਾ ਸੁਪਨਾ ਲਿਆ ਸੀ ਨਾ ਤੁਸੀਂ ਵੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਜਿਹੜਾ ਸੁਪਨਾ ਤੁਸੀਂ ਲਿਆ ਸੀ ਵੀ ਐਸਾ ਰਾਜ ਦੁਨੀਆ ਤੇ ਸਿਰਜ ਕੇ ਜਾਣਾ ਹੈ ਜਿੱਥੇ ਬੱਚਾ ਬੱਚਾ ਆਪਣੇ ਆਪ ਨੂੰ ਰਾਜਾ ਫੀਲ ਕਰੇ ਤੇ ਰਾਜਾ ਆਪਣੇ ਆਪ ਨੂੰ ਨੋਰਮਲ ਬੰਦਾ ਫੀਲ ਕਰੇ, ਸਫ਼ਰ ਬੜਾ ਲੰਬਾ ਹੈ ਜੀ, ਬਹੁਤ ਲੰਮੀ ਕਹਾਣੀ ਹੈ। ਕਲਗੀਆਂ ਵਾਲੇ ਨੇ ਕਿਹਾ ਪੁੱਤ ਛੱਡ ਕੇ सिख कुर्बान करके मैदाने जंग च हुण मैं जा नहीं सकता। दया सिंह ने कहा जे जाना तो पैना है, जे बेनती नहीं मंगते मनते तो 5 सिंह हुक्म करते हैं तुहानूं। हुण तुसीं आपे कहा आपे गुर चेला, जे चेलियां दी नहीं मननी तो गुरु दी तुहानूं मननी पैनी। हुक्म करदे आ चमकौर दी गढ़ी छड्डो, जे ना छड्डदे तो इतिहास कुछ होर कहिंदा। हुण ये वेखियो ध्यान नाल, साडे गुरु साहब दी कमाल किड्डी है, किते गुरु साहब जी गुरु बन जाते हैं तो किते गुरु साहब जी चेला बन जाते। समा नहीं मैं ये कल नूं चर्चा करांगा थोड़ी जी भी गुरु चेला दा ये एवें निक्की जी गल नहीं, गुरु चेला कहता है बड़ा वड्डा कंसैप्ट है। ये आपां कल थोड़ी जी चर्चा करांगे गुरु चेला की हुंदा है। महाराज सच्चे पातशाह जी ने 5 सिंघां दा हुक्म पाया, चमकौर दी गढ़ी छड्डण दा फैसला हो गया। सच्चे पातशाह जी ने कहा चमकौर दी गढ़ी छड्डांगा, पर छड्डांगा ऐलानिया, ताड़ी मार के जाएगा कलगियां वाला। डरपोक ते कायरां दे वांग भजना मेरे इतिहास विच नहीं आउंदा। ताड़ी मार के चमकौर दी गढ़ी छड्डांगे। रात दे हनेरे विच मेरे दातार सच्चे पातशाह जी ने
ਚਮਕੌਰ ਦੀ ਗੜੀ ਨੂੰ ਛੱਡਣ ਦਾ ਫੈਸਲਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਦਾਨੇ ਜੰਗ ਵਿੱਚ ਥੱਲੇ ਗੜੀ ਤੋਂ ਪਹੁੰਚੇ। ਸਿੱਖਾਂ ਨੇ ਫੈਸਲਾ ਕਰ ਲਿਆ 3 ਸਿੱਖ ਗੁਰੂ ਸਾਹਿਬ ਜੀ ਦੇ ਨਾਲ ਜਾਣਗੇ। ਚਮਕੌਰ ਦੀ ਗੜੀ 'ਚ ਗਿਣਵੇਂ ਸਿੱਖ ਸਨ। ਤੁਸੀਂ ਵੇਖੋ ਸਿੱਖ ਦਾ ਵੀ ਗੁਰੂ ਨਾਲ ਕਿੱਦਾਂ ਦਾ ਰਿਸ਼ਤਾ ਹੈ। ਫੈਸਲਾ ਹੋ ਗਿਆ ਵੀ ਗੁਰੂ ਨਾਲ 3 ਸਿੰਘਾਂ ਨੇ ਜਾਣਾ ਹੈ। ਇੱਕ ਵੀ ਸਿੱਖ ਗੁਰੂ ਦੇ ਨਾਲ ਜਾਣ ਲਈ ਤਿਆਰ ਨਹੀਂ ਸੀ, ਹਾਲਾਂਕਿ ਪਤਾ ਹੈ ਚਮਕੌਰ ਦੀ ਗੜੀ ਤੋਂ ਬਾਹਰ ਜਾ ਕੇ ਜਾਨ ਬਚ ਜਾਣੀ ਹੈ। ਕੈਸਾ ਸਿੱਖ ਤਿਆਰ ਕਰਤਾ ਕਲਗੀਆਂ ਵਾਲੇ ਨੇ। ਕਹਿੰਦੇ ਅਸੀਂ ਨਹੀਂ ਜਾਣਾ, ਗੁਰੂ ਦੇ ਨਾਲ ਜਾਣਾ ਹੈ, ਪਰ ਮੌਤ ਨੂੰ ਪਹਿਲਾਂ ਪ੍ਰਵਾਨ ਕਰਦੇ ਨੇ, ਬਾਹਰ ਜਾਣਾ ਪਸੰਦ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ, ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ 3 ਸਿੱਖਾਂ ਦੀ ਡਿਊਟੀ ਲੱਗ ਗਈ ਗੁਰੂ ਸਾਹਿਬ ਜੀ ਦੇ ਨਾਲ ਜਾਣ ਦੀ। ਚਮਕੌਰ ਦੀ ਗੜੀ ਚੋਂ ਨਿਕਲਦੇ ਨੇ, ਬਿਜਲੀ ਚਮਕੀ। ਸਫਰੀ ਨੇ ਬੜਾ ਸੋਹਣਾ ਲਿਖਿਆ, ਬੱਦਲਾਂ 'ਚ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਜਾਂ ਰੁਸ਼ਨਾਈ ਗੜੀ ਚਮਕੌਰ ਦੀ। ਉਹ ਬੜਾ ਪਿਆਰਾ ਲਿਖਦੇ ਨੇ, ਲੰਬਾ ਚੌੜਾ ਕਿੱਸਾ ਹੈ। ਅਖੀਰ ਤੇ ਉਹ ਕਹਿੰਦੇ ਜਦੋਂ ਮਹਾਰਾਜ ਤੁਰਨ ਲੱਗੇ ਤੇ ਦਇਆ ਸਿੰਘ ਨੇ ਕਿਹਾ, ਕਲਗੀਆਂ ਵਾਲੇ ਬਾਪੂ ਇੱਕ ਵਾਰ ਤੇ ਅਜੀਤ ਸਿੰਘ ਦਾ ਮੂੰਹ ਜਾਂਦਿਆਂ ਜਾਂਦਿਆਂ ਵੇਖ ਲਾ, ਤੈਨੂੰ ਮੋਹ ਨਹੀਂ ਆਉਂਦਾ ਆਪਣੇ ਪੁੱਤਾਂ ਦਾ। ਆਗਿਆ ਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਸਿਰ ਦੀ ਪੱਗ ਲਾਵਾਂ, ਇਹਦੇ 2 ਟੋਟਕੇ ਬਣਾਵਾਂ ਤੇ ਇਹਨਾਂ ਦੇ 2 ਟੋਟਕਿਆਂ ਦੇ ਨਾਲ ਮੈਂ ਘੱਟੋ ਘੱਟ ਅਜੀਤ ਤੇ ਜੁਝਾਰ ਦਾ ਮੂੰਹ ਤੇ ਕਾਜਾਵਾਂ ਨਾ। ਆਮ ਇੱਕ ਸੱਭਿਅਤਾ ਆ, ਤੁਸੀਂ ਜਦੋਂ ਕਿਸੇ ਦੀ ਮੌਤ ਹੋ ਜਾਏ, ਕੋਈ ਦੁਨੀਆ ਛੱਡ ਜਾਏ ਤੇ ਉਹਦਾ ਮੂੰਹ ਕਬਰ ਕੀਤਾ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਕਹਿੰਦੇ, ਆਗਿਆ ਦਿਓ ਮੈਂ ਸਿਰ ਦਾ ਦੁਮਾਲਾ ਲਾਉਣਾ, ਸਿਰ ਦੀ ਦਸਤਾਰ ਲਾਉਣਾ, ਇਹਦੇ 2 ਟੁਕੜੇ ਬਣਾ ਦਿੰਦਾ ਤੇ ਅਜੀਤ ਤੇ ਜੁਝਾਰ ਦੇ ਚਿਹਰੇ ਤੇ ਕਾਜਾਵਾਂ। ਜੇ ਤੁਸੀਂ ਇਹ ਪਰਮਿਸ਼ਨ ਮੈਨੂੰ ਦੇ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਦਇਆ ਸਿਆਂ ਜੇ ਚਿਹਰੇ ਕੱਜਣੇ ਨੇ ਤੇ ਬਾਕੀ 40 ਦੇ ਵੀ ਕੱਜੀ, ਤੇ ਜੇ 40 ਦੇ ਨਹੀਂ ਕੱਜੇ ਜਾ ਸਕਦੇ ਤੇ 2 ਪੁੱਤਰਾਂ ਦੇ ਕੱਜ ਕੇ ਕਿਤੇ ਇਸ ਇਤਿਹਾਸ ਵਿੱਚ ਵੰਡੀ ਨਾ ਪਾ ਦੀ। ਕੈਸਾ ਹੋਏਗਾ ਬਾਪੂ ਸਾਡਾ, ਅੰਦਾਜ਼ਾ ਲਾ ਕੇ ਵੇਖੋ। ਚਰਨ ਸਿੰਘ ਸਫਰੀ ਲਿਖਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦਇਆ ਸਿੰਘ ਇਹ ਸਵਾਲ ਕਰਦਾ ਹੈ, ਉਹਨਾਂ ਨੂੰ ਸਵਾਲ ਜਵਾਬ ਨੂੰ ਉਹ ਲਿਖਦੇ ਨੇ। ਉਹ ਕਹਿੰਦੇ, ਬਾਪੂ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚੋਂ ਗਏ ਨੇ, ਬੜੇ ਬੜੇ ਗਰੀਬ ਮਾਪੇ ਇਸ ਜੱਗ ਵਿੱਚੋਂ ਗਏ ਨੇ। ਦਾਤਾ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ। ਜੇ ਤੁਸੀਂ ਕਫਣ ਤੋਂ ਬਿਨਾਂ ਵੀ ਕੋਈ ਇੱਥੋਂ ਜਾਂਦਾ ਤੇ ਇੰਨੀ ਕਿਤੇ ਪਰਮਿਸ਼ਨ ਦੇ ਦਿਓ। ਤੇ ਕਲਗੀਆਂ ਵਾਲੇ ਨੇ ਕਿਹਾ, ਦਇਆ ਸਿੰਘਾ ਜੇ ਪਰਮਿਸ਼ਨ ਲੈਣੀ ਹੈ ਤੇ ਸਾਰੇ ਸਿੱਖਾਂ ਦੀ ਲੈ, ਤੇ ਜੇ 2 ਦੀ ਪਾਉਣੀ ਹੈ ਤੇ ਇੱਕ ਗੱਲ ਯਾਦ ਰੱਖੀ, ਮੇਰੇ ਪੁੱਤਾਂ ਨੇ ਮੈਦਾਨੇ ਜੰਗ ਵਿੱਚ ਜਾਣ ਲੱਗਿਆਂ ਕਿਹਾ ਸੀ, ਬਾਪੂ ਵਿਤਕਰੇ ਨਾ ਕਰੀ, ਤੇ ਜੇ ਅੱਜ ਮੈਂ ਵਿਤਕਰੇ ਕਰਤੇ ਤੇ ਇਤਿਹਾਸ ਨੇ ਮੈਨੂੰ ਕਦੇ ਮਾਫ ਨਹੀਂ ਕਰਨਾ। ਉਸ ਵੇਲੇ ਚਰਨ ਸਿੰਘ ਸਫਰੀ ਲਿਖਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਮੈਨੂੰ ਰਤਾ ਪਰਵਾਹ ਨਹੀਂ, ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਦਇਆ ਸਿੰਘਾ ਗੁਰੂ ਨੇ ਸਿੱਖ ਹੋਰ ਸਮਝੇ ਤੇ ਪੁੱਤ। ਐਸਾ ਸੀ ਸਾਡਾ ਗੁਰੂ ਜਿਹਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ। ਗੁਰੂ ਨੇ ਸਿੱਖ ਤੇ ਗੁਰੂ ਵਿੱਚ ਫਰਕ ਨਹੀਂ, ਸਿੱਖ ਤੇ ਆਪਣੇ ਪੁੱਤ ਵਿੱਚ ਫਰਕ ਨਹੀਂ ਪੈਣ ਦਿੱਤਾ। ਤੇ ਅੱਜ ਅਸੀਂ ਪੁੱਤ ਤੇ ਧੀਆਂ 'ਚ ਫਰਕ ਕਰ ਲਿਆ, ਅੱਜ ਅਸੀਂ ਨੌਵਾਂ ਤੇ ਸੱਸਾਂ 'ਚ ਫਰਕ ਕਰ ਲਿਆ, ਅੱਜ ਅਸੀਂ ਭਰਾਵਾਂ ਤੇ ਭਰਾਵਾਂ 'ਚ ਫਰਕ ਕਰ ਲਿਆ, ਅੱਜ ਗੁਰਦੁਆਰੇ ਨੇ ਗੁਰਦੁਆਰੇ 'ਚ ਫਰਕ ਕਰ ਲਿਆ ਵੀ ਆਹ ਗੁਰਦੁਆਰਾ ਫਲਾਨੀ ਬਿਰਾਦਰੀ ਦਾ, ਆਹ ਗੁਰਦੁਆਰਾ ਫਲਾਨੀ ਬਿਰਾਦਰੀ ਦਾ। ਮੈਂ ਬੜੀ ਵਾਰ ਕਹਿੰਦਾ ਹੁੰਦਾ, ਮੇਰੇ ਕਲਗੀਆਂ ਵਾਲੇ ਨੇ ਪੁੱਤਾਂ ਦੀਆਂ ਲਾਸ਼ਾਂ ਲਾਗੋਂ ਦੀ ਲੰਘਣ ਲੱਗਿਆਂ ਤੇ ਅਥਰੂ ਨਹੀਂ ਸੀ ਕੇਰੇ, ਪਰ ਸਿੱਖੋ ਤੁਸੀਂ ਰਵਾਇਆ ਬਹੁਤ ਹੈ ਕਲਗੀਆਂ ਵਾਲੇ ਨੂੰ। ਅੱਜ ਬਾਂਹ ਮਾਰ ਮਾਰ ਮੇਰਾ ਬਾਪੂ ਕਲਗੀਆਂ ਵਾਲਾ ਰੋਂਦਾ ਹੋਣਾ, ਮੈਂ ਤੇ ਮੈਦਾਨੇ ਜੰਗ ਵਿੱਚ ਪੁੱਤ ਤੇ ਸਿੱਖ ਵੰਡਣ ਨਾ ਦਿੱਤੇ, ਤੇ ਤੁਸੀਂ ਆਪਣੀ ਚੌਧਰ ਦੇ ਮਾਰੇ ਗੁਰਦੁਆਰੇ ਵੱਖਰੇ ਵੱਖਰੇ ਜਾਤਾਂ ਦੇ ਆਧਾਰ ਤੇ ਸਿਰਜ ਕੇ ਬਹਿ ਗਏ ਹੋ। ਆਓ ਜੇ ਗੁਰੂ ਨੂੰ ਪਿਆਰ ਕਰਨਾ, ਗੁਰੂ ਨਾਲ ਮੁਹੱਬਤ ਕਰਦੇ ਹਾਂ, ਤੇ ਅਸੀਂ ਇਸ ਬੰਨੇ ਨੂੰ ਸਫ਼ਰ ਕਰੀਏ, ਆਪਣੇ ਗੁਰੂ ਨੂੰ ਸੱਜਣ ਬਣਾਈਏ। ਜਿੱਥੋਂ ਆਪਾਂ ਗੱਲ ਆਰੰਭ ਕੀਤੀ ਸੀ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠੇ ਸੋਹੀ ਹੈ, ਜਿਹਦੇ ਲਾਗੇ ਬੈਠਿਆਂ ਸੋਹਣੇ ਲੱਗੀਦਾ। ਤੇ ਉਹ ਸੱਜਣ ਇੱਕੋ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਉਹਦੇ 'ਚ ਪ੍ਰਣਾਏ ਹੋਏ ਸਾਡੇ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਐਗਜ਼ਾਮਪਲ ਸੈੱਟ ਕਰਤੀ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਇੱਕ ਮਾਹੌਲ ਉਸ ਵੇਲੇ ਸਿਰਜਤਾ। ਗੁਰੂ ਮਿਹਰ ਕਰੇ ਸਾਨੂੰ ਇਹ ਫਰਕ ਦੂਰ ਕਰਨ ਦੀ ਜਾਚ ਬਾਬੇ ਦੀ ਬਾਣੀ ਵਿੱਚੋਂ ਆਵੇ। ਸਫ਼ਰ ਏ ਸ਼ਹਾਦਤ ਦੇ ਸਫ਼ਰ ਵਿੱਚ ਇਹ ਸਫ਼ਰ ਵੀ ਜ਼ਰੂਰ ਕਰਿਓ ਵੀ ਅਸੀਂ ਵਿਤਕਰਿਆਂ ਤੋਂ ਉੱਪਰ ਉੱਠ ਸਕੀਏ, ਨਫ਼ਰਤਾਂ ਛੱਡ ਦਈਏ, ਈਰਖਾ ਛੱਡ ਦਈਏ,
ਸਾੜੇ ਛੱਡੀਏ ਜਾਤ ਬਿਰਾਦਰੀ ਮਜ਼ਹਬ, ਇਹਨਾਂ ਨਾਵਾਂ ਤੇ ਲੜਨਾ ਰਾਜਨੀਤਿਕ ਬੰਦਿਆਂ ਦਾ ਇੱਕ ਸੱਚੀ ਮੁੱਚੀ ਪ੍ਰੀ ਪਲਾਨ ਏਜੰਡਾ ਹੁੰਦਾ ਹੈ। ਉਸ ਏਜੰਡੇ ਨੂੰ ਜੇ ਫੇਲ ਕਰਨਾ ਹੈ ਤੇ ਆਪਸ ਵਿੱਚ ਪਿਆਰ ਕਰਨਾ ਸਿੱਖੀਏ। ਗੁਰੂ ਸਾਹਿਬ ਜੀ ਦੀ ਅਸੀਸ ਲੈਣ ਦਾ ਯਤਨ ਸਾਰੇ ਕਰੀਏ। ਆਪ ਸਭਨਾਂ ਦਾ ਧੰਨਵਾਦ। ਸਮਾਂ ਸਮਾਪਤੀ ਤੇ ਹੈ, ਆਪਾਂ ਸਮਾਪਤੀ ਵਾਲੇ ਬੰਨੇ ਵੱਧ ਰਹੇ ਹਾਂ। ਗੁਰੂ ਮਿਹਰ ਕਰੇ ਇਸੇ ਤਰ੍ਹਾਂ ਅਦਬ ਸਤਿਕਾਰ ਦੇ ਨਾਲ। ਇੱਕ ਬੇਨਤੀ ਮੈਂ ਹਮੇਸ਼ਾ ਕੀਤੀ ਹੈ, ਪ੍ਰਬੰਧਕ ਵੀਰਾਂ ਨੇ ਯਤਨ ਕੀਤਾ ਹੈ, ਤੁਸੀਂ ਕੋਸ਼ਿਸ਼ ਕਰਿਓ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਪਛਾਣੋ ਤੇ ਆਪਣੇ ਆਪਣੇ ਫਰਜ਼ ਆਪਾਂ ਸਮਝੀਏ। ਸਾਰੇ ਹੀ ਇੱਕ ਦੂਜੇ ਦਾ ਸਹਿਯੋਗ ਦਿਓ ਤਾਂ ਕਿ ਪ੍ਰਬੰਧ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੇ ਉਹਨਾਂ ਨੂੰ ਐਂ ਲੱਗੇ ਵੀ ਅਸੀਂ ਕੋਈ ਗਲਤੀ ਨਹੀਂ ਕਰ ਲਈ ਇਹ ਪ੍ਰਬੰਧ ਕਰਕੇ। ਜੇ ਟੈਨਸ਼ਨਾਂ ਦੇਵਾਂਗੇ, ਪਰੇਸ਼ਾਨੀਆਂ ਦੇਵਾਂਗੇ, ਆਹ ਨਹੀਂ ਹੋਇਆ, ਇੱਦਾਂ ਨਹੀਂ ਹੋਇਆ, ਐਂ ਕਿਉਂ ਨਹੀਂ ਹੋਇਆ, ਤਾਂ ਸ਼ਾਇਦ ਅਸੀਂ ਬਹੁਤ ਵੱਡੀ ਮੁਸ਼ਕਲ ਵਿੱਚ ਦੀ ਲੰਘ ਰਹੇ ਹੋਵਾਂਗੇ ਤੇ ਉਹਨਾਂ ਦਾ ਦਿਲ ਤੋੜ ਰਹੇ ਹੋਵਾਂਗੇ ਜਿਹੜੇ ਕੋਸ਼ਿਸ਼ ਕਰਦੇ ਨੇ ਵੀ ਅਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਵੱਡ ਵਡੇਰਿਆਂ ਦੇ ਇਤਿਹਾਸ ਤੋਂ ਜਾਣੂ ਕਰਾ ਸਕੀਏ। ਆਓ ਇੱਕ ਦੂਜੇ ਦੇ ਸਹਿਯੋਗੀ ਬਣੀਏ, ਗੁਰੂ ਨਾਨਕ ਦੀ ਸਿੱਖੀ ਦਾ ਬੂਟਾ ਸਮਝੀਏ। ਕੱਲ ਦੀ ਹਾਜ਼ਰੀ ਹੋਰ ਹੈ, ਫਿਰ ਇਹ ਤੋਂ ਅਗਲੇਰੇ ਦੀਵਾਨ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਹੋਣੀ, ਹੋਰ ਸਾਰੇ ਇਤਿਹਾਸ ਤੇ ਇਸ਼ਤਿਹਾਰ ਤੇ ਤੁਹਾਡੇ ਕੋਲ ਨਾਮ ਹੈਗੇ ਨੇ, ਉਹਨਾਂ ਸਾਰਿਆਂ ਵੀਰਾਂ ਨੇ ਹਾਜ਼ਰੀ ਭਰਨੀ ਹੈ। ਇਸੇ ਤਰ੍ਹਾਂ ਅਦਬ ਸਤਿਕਾਰ ਦੇ ਨਾਲ ਗੁਰੂ ਕੀਆਂ ਬਾਤਾਂ ਰਲ ਮਿਲ ਕੇ ਸਾਂਝੀਆਂ ਕਰੀਏ। ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ, ਭੁੱਲਾਂ ਨੂੰ ਮਾਫ ਕਰਦੇ ਹਾਂ ਮੇਰੀਆਂ ਸਮਝ ਕੇ। ਜੇ ਕੋਈ ਸ਼ਬਦ ਚੰਗੇ ਲੱਗੇ ਹੋਣ ਉਹ ਮੇਰੇ ਨਹੀਂ ਹਨ, ਸਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਸਾਡਾ ਇਤਿਹਾਸ ਹੈ, ਉਹਨੂੰ ਹਿਰਦੇ 'ਚ ਵਸਾ ਲੈਣਾ। ਭੁੱਲਾਂ ਨੂੰ ਨਾ ਚਿਤਾਰਦੇ ਹੋਏ ਮਾਲਕ ਦਾ ਸ਼ੁਕਰ ਕਰਦੇ ਹਾਂ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।